ਕੀਤਾ ਜੀ। ਸੋ ਹੁਣ ਅੱਜ ਦੇ ਪਹਿਲੇ ਸੈਸ਼ਨ ਵੱਲ ਚੱਲਦੇ ਹਾਂ ਜੀ। ਅੱਜ ਦਾ ਵਿਸ਼ਾ ਹੈ ਜੀ ਪਰਸਨੈਲਿਟੀ, ਵੀਰ ਅਨਮੋਲ ਸਿੰਘ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਆਓ ਜੀ ਅੱਜ ਦੇ ਸੈਸ਼ਨ ਦੀ ਸ਼ੁਰੂਆਤ ਕਰਦੇ ਹਾਂ ਜੀ। ਆਓ ਜੀ ਆਪਾਂ ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਡਾ ਜੋ ਅੱਜ ਦਾ ਸੈਸ਼ਨ ਹੈ ਜੀ ਉਹ ਹੈ ਜੀ ਪਰਸਨੈਲਿਟੀ। ਸੋ ਤੁਹਾਡਾ ਅੱਜ ਦਾ ਵਿਸ਼ਾ ਹੈ ਜੀ ਪਰਸਨੈਲਿਟੀ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਪਰਸਨੈਲਿਟੀ ਦੇ ਉੱਪਰ ਕਿ ਪਰਸਨੈਲਿਟੀ ਕੀ ਚੀਜ਼ ਹੈ। ਅੱਜ ਸਾਡੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਪਰਸਨੈਲਿਟੀ ਸ਼ਬਦ ਦਾ ਬੜਾ ਹੀ ਮਹੱਤਵ ਬਣ ਚੁੱਕਿਆ ਹੈ। ਸਾਨੂੰ ਬੜਾ ਹੀ ਇੱਕ ਕਿ ਤੁਸੀਂ ਪਰਸਨੈਲਿਟਡ ਹੋ, ਤੁਹਾਡੀ ਪਰਸਨੈਲਿਟੀ ਬਹੁਤ ਹੈ। ਅਸੀਂ ਇਹ ਗੱਲ ਸੁਣਨਾ ਚਾਹੁੰਦੇ ਹਾਂ ਕਿ ਸਾਨੂੰ ਕੋਈ ਕਹੇ ਕਿ ਤੁਹਾਡੀ ਜਿਹੜੀ ਪਰਸਨੈਲਿਟੀ ਕਿਸੇ ਦੀ ਨਹੀਂ, ਤੁਸੀਂ ਬਹੁਤ ਸੁੰਦਰ ਲੱਗ ਰਹੇ ਹੋ। ਤੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਸਾਡੇ ਮਨ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਸਾਡੇ ਜਿੰਨੀ ਦਾ ਪਰਸਨੈਲਿਟੀ ਜੋ ਹੈ ਕਿਸੇ ਦੀ ਨਹੀਂ, ਤੇ ਅਸੀਂ ਫਿਰ ਕੀ ਕਰਦੇ ਹਾਂ, ਪਰਸਨੈਲਿਟੀ ਕਿਵੇਂ ਬਣਾਉਣੀ ਅਸੀਂ ਆਪਣੀ। ਅੱਜ ਆਪਾਂ ਇਹੀ ਗੱਲ ਕਰਾਂਗੇ ਕਿ ਪਰਸਨੈਲਿਟੀ ਦਾ ਸਭ ਤੋਂ ਪਹਿਲਾ ਪੁਆਇੰਟ ਕੀ ਹੈ ਜੀ। ਸਾਡਾ ਪਰਸਨੈਲਿਟੀ ਦਾ ਸਭ ਤੋਂ ਜਿਹੜਾ ਪਹਿਲਾ ਪੁਆਇੰਟ ਹੈਗਾ ਜੀ ਉਹ ਹੈਗਾ ਜੀ ਮਨੀ। ਸੋ ਸਾਡਾ ਸਭ ਤੋਂ ਪਹਿਲਾ ਪੁਆਇੰਟ ਹੈ ਜੀ ਪੈਸਾ। ਸੋ ਅਸੀਂ ਪਰਸਨੈਲਿਟੀ ਦੇ ਉੱਪਰ ਗੱਲ ਕਰ ਰਹੇ ਸੀ ਕਿ ਅਸੀਂ ਗੱਲ ਕਰ ਰਹੇ ਸੀ ਪਰਸਨੈਲਿਟੀ ਦੇ ਉੱਪਰ ਕਿ ਪਰਸਨੈਲਿਟਡ ਬਣਨਾ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਪਰਸਨੈਲਿਟੀ ਹੋਵੇ, ਕਿਉਂਕਿ ਜੇ ਸਾਡੇ ਕੋਲ ਪੈਸਾ ਹੋਵੇਗਾ ਤਾਂ ਅਸੀਂ ਪਰਸਨੈਲਿਟਡ ਅਖਵਾਵਾਂਗੇ, ਹਨਾ। ਸਾਨੂੰ ਏਦਾਂ ਲੱਗੇਗਾ ਕਿ ਸਾਡੇ ਕੋਲ ਪੈਸਾ ਤੇ ਹੈ ਤੇ ਪਰ ਅਸੀਂ ਇਕੱਲੇ ਪੈਸੇ ਦਾ ਕੀ ਕਰਨਾ, ਹਨਾ। ਫਿਰ ਸਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਜੇ ਸਾਡੇ ਕੋਲੇ ਪੈਸਾ ਹੈਗਾ ਤੇ ਅਸੀਂ ਪੈਸਾ ਘਰੇ ਲੈ ਕੇ ਬੈਠੇ ਹਾਂ ਜਾਂ ਬੈਂਕਾਂ ਦੇ ਵਿੱਚ ਪਿਆ ਤੇ ਉਹਦੇ ਨਾਲ ਮੇਰੀ ਪਰਸਨੈਲਿਟੀ ਦਾ ਨਾ ਹੋਈ ਨਾ, ਫਿਰ ਸਾਡੇ ਮਨ ਦੇ ਵਿੱਚ ਇੱਕ ਸਵਾਲ ਆਊਗਾ, ਇੱਕ ਫੁਰਨਾ ਉੱਠੂਗਾ ਕਿ ਕਿਉਂ ਨਾ ਇੱਕ ਮਹਿੰਗੀ ਕਾਰ ਲਈ ਜਾਵੇ, ਜਿਹਦੇ ਨਾਲ ਜਦੋਂ ਮੈਂ 30 ਲੱਖ ਇਹ ਸੋਚਾਂਗੇ ਕਿ ਸਾਡੀ ਪਰਸਨੈਲਿਟੀ ਠੀਕ ਹੈ ਜੀ। ਜਿਵੇਂ ਕਿ ਪਿਛਲੇ ਜ਼ਮਾਨੇ ਦੇ ਵਿੱਚ ਹਾਂਜੀ ਅਨਮੋਲਦੀਪ ਸਿੰਘ ਜੀ ਕਰੋ ਸਟਾਰਟ ਜੀ। ਹਾਂਜੀ, ਅਸੀਂ ਗੱਲ ਕਰ ਰਹੇ ਸੀਗੇ ਜੀ ਜਦੋਂ ਸਾਡੇ ਕੋਲੇ ਪੈਸਾ ਆ ਜਾਂਦਾ ਹੈ ਸਾਨੂੰ ਏਦਾਂ ਲੱਗਦਾ ਕਿ ਸਾਡਾ ਜਿਹੜਾ ਪੈਸਾ ਬੈਂਕਾਂ ਦੇ ਵਿੱਚ ਪਿਆ ਤੇ ਅਸੀਂ ਪਰਸਨੈਲਿਟਡ ਨਹੀਂ ਸ਼ੋਅ ਕਰਦੇ, ਸਾਨੂੰ ਕੋਈ ਏਦਾਂ ਨਹੀਂ ਕਹਿ ਰਿਹਾ ਤੁਹਾਡੀ ਪਰਸਨੈਲਿਟੀ ਬਹੁਤ ਹੈ ਜੀ। ਸੋ ਸਾਡੇ ਮਨ ਦੇ ਵਿੱਚ ਉਸ ਤੋਂ ਬਾਅਦ ਇੱਕ ਫੁਰਨਾ ਉੱਠਦਾ ਹੈ ਕਿ ਕਿਉਂ ਨਾ ਅਸੀਂ ਮਹਿੰਗੀ ਗੱਡੀ ਲਈਏ ਤਾਂ ਜੋ ਅਸੀਂ 30-35 ਲੱਖ ਦੀ ਗੱਡੀ 'ਚ ਘੁੰਮਣ ਤੋਂ ਬਾਅਦ ਸ਼ਾਇਦ ਪਰਸਨੈਲਿਟਡ ਬਣ ਜਾਈਏ। ਤੇ ਫਿਰ ਉਸ ਤੋਂ ਬਾਅਦ ਲੋਕਾਂ ਦੇ ਬੋਲ ਸੁਣਦੇ ਹਾਂ, ਅਸੀਂ ਲੋਕਾਂ ਦੇ ਵੱਲੋਂ ਕਈਆਂ ਗੱਲਾਂ ਸੁਣਦੇ ਹਾਂ ਬਹੁਤੀਆਂ ਕਿ ਪੈਸਾ ਵੀ ਹੈਗਾ, ਜੇ ਭਾਈ ਪੈਸਾ ਹੈਗਾ ਤੇ ਗੱਡੀ ਲੈ ਲਈ ਤੇ ਰਹਿਣ ਵਾਸਤੇ ਘਰ ਹੈ ਨੀ ਗਾ, ਗੱਡੀ ਏਡੀ ਕੀ ਕਰਨੀ ਹੈ। ਫਿਰ ਸਾਡੇ ਮਨ ਦੇ ਵਿੱਚ ਫੁਰਨਾ ਹੋਰ ਉੱਠਦਾ ਹੈ ਕਿ ਇੰਨੀ ਪੈਸੇ ਆ ਸਾਡੇ ਕੋਲ, ਕਿਉਂ ਨਾ ਜੇ ਮੈਂ ਘਰ ਬਣਾ ਲਵਾਂ ਤੇ ਸ਼ਾਇਦ ਮੇਰੀ ਪਰਸਨੈਲਿਟੀ ਬਣ ਜੇ। ਪਰ ਫਿਰ ਮਨ ਦੇ ਵਿੱਚ ਫਿਰ ਥੋੜਾ ਜਿਹਾ ਹੋਰ ਫੁਰਨਾ ਉੱਠਦਾ ਹੈ ਕਿ ਭਾਈ ਜੇ ਅਸੀਂ ਘਰ ਹੀ ਬਣਾਉਣਾ ਤੇ ਕਿਉਂ ਨਾ ਕੋਠੀ ਬਣਾ ਲਈਏ, ਬਹੁਤ ਹੀ ਸੁੰਦਰ ਮਹਿਲ ਬਣਾ ਲਈਏ ਜਿਹਦੇ ਵਿੱਚ ਸਵਿਮਿੰਗ ਪੂਲ, ਜੇ ਸਾਡੇ ਕੋਈ ਘਰ ਦੇ ਵਿੱਚ ਆਵੇ ਤਾਂ ਉਹ ਦੇਖ ਕੇ ਏਦਾਂ ਲੱਗੇ ਵੀ ਇਹ ਤਾਂ ਪਰਸਨੈਲਿਟੀ ਬਹੁਤ ਹੈ, ਹਨਾ। ਇਹਦੀ ਪਰਸਨੈਲਿਟੀ ਬਹੁਤ ਹੈ, ਇਹਦੀ ਜਿੰਨੀ ਪਰਸਨੈਲਿਟੀ ਕਿਸੇ ਦੀ ਹੈ ਹੀ ਨਹੀਂ। ਇਹ ਕੀ ਹੁੰਦੀ ਜੀ, ਇਹ ਸਾਡੀ ਪਰਸਨੈਲਿਟੀ ਹੁੰਦੀ ਹੈ। ਅਸੀਂ ਪਰਸਨੈਲਿਟੀ ਕਿਵੇਂ ਬਣਾਉਣੀ ਹੈ ਅੱਜ ਅਸੀਂ ਇਹੀ ਦੇਖ ਰਹੇ ਹਾਂ ਜੀ। ਸਭ ਤੋਂ ਪਹਿਲਾਂ ਅਸੀਂ ਪੈਸੇ ਦੀ ਵਰਤੋਂ ਕਰਨੀ ਹੈ। ਉਸ ਤੋਂ ਬਾਅਦ ਸਾਡੇ ਕੋਲੇ ਪੈਸਾ ਆ ਗਿਆ ਤੇ ਅਸੀਂ ਗੱਡੀ ਲੈ ਲੈਣੀ ਹੈ। ਉਸ ਤੋਂ ਬਾਅਦ ਕੀ ਕਰਨਾ, ਅਸੀਂ ਚੰਗਾ ਘਰ ਬਣਾਉਣਾ ਜਿਹਦੇ ਨਾਲ ਸਾਡੀ ਪਰਸਨੈਲਿਟੀ ਬਹੁਤ ਹੀ ਵਧੂਗੀ, ਹਨਾ ਜੀ। ਇਹ ਅਸੀਂ ਪੁਆਇੰਟ ਨੋਟ ਕਰਦੇ ਰਹੀਏ ਜੀ। ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ ਜੀ। ਫਿਰ ਜਦੋਂ ਅਸੀਂ ਸਾਰਾ ਕੁਝ ਲੈ ਲਿਆ, ਸਭ ਕੁਝ ਲੈ ਲਿਆ, ਫਿਰ ਸਾਨੂੰ ਏਦਾਂ ਲੱਗੇਗਾ ਕਿ ਸਾਡੇ ਕੋਲੇ ਗੱਡੀ ਵੀ ਹੈ, ਮਕਾਨ ਵੀ ਹੈ, ਸਭ ਕੁਝ ਹੈ। ਪਰ ਜੇ ਗੱਡੀ ਸੋਹਣੀ ਹੈ ਤੇ ਅਸੀਂ ਸੋਹਣੇ ਨਹੀਂ, ਸਾਡੇ ਕੱਪੜੇ ਮੈਲੇ ਪਾਏ ਹੋਏ ਆ, ਪਾਟੇ ਪਾਏ, ਹਨਾ, ਤਾਂ ਸਾਨੂੰ ਕੌਣ ਕਹੂਗਾ ਵੀ ਤੇਰੀ ਪਰਸਨੈਲਿਟੀ ਹੈ। ਫਿਰ ਸਾਡੇ ਮਨ ਦੇ ਵਿੱਚ ਇਹੀ ਸਵਾਲ ਆਉਣਾ ਕਿ ਸੋਹਣੇ ਕਿਵੇਂ ਲੱਗੀਏ, ਅਸੀਂ ਸੋਹਣੇ ਕਿਵੇਂ ਬਣੀਏ, ਹਨਾ। ਫਿਰ ਕੀ ਕਰਾਂਗੇ, ਅਸੀਂ ਇੱਕ ਰੋਲੈਕਸ ਦੀ ਘੜੀ ਲਵਾਂਗੇ, ਹਨਾ। ਫਿਰ ਕੱਪੜੇ ਨਵੇਂ ਲਵਾਂਗੇ। ਉਸ ਤੋਂ ਬਾਅਦ ਸਾਨੂੰ ਲੱਗੂਗਾ ਵੀ ਕਿਆ ਬਾਤ ਹੈ, ਹੁਣ ਤਾਂ ਸਾਡੀ ਪਰਸਨੈਲਿਟੀ ਬਣ ਗਈ। ਬਸ ਅੱਜ ਵੀ ਮੈਨੂੰ ਕਿਸੇ ਨੇ ਕਹਿਤਾ ਤੂੰ ਬਹੁਤ ਲੱਗ ਰਿਹਾ ਹੈ, ਸਾਡੇ ਮਨ ਦੇ ਵਿੱਚ ਖਿਆਲ ਆ ਰਿਹਾ ਵੀ ਜਦੋਂ ਮੈਂ ਪਾ ਕੇ ਗੱਡੀ ਦੇ ਉੱਪਰ ਗਿਆ
ਤੇ ਮੈਨੂੰ ਕਿਸੇ ਨੇ ਕਹਿ ਦੇਣਾ ਵੀ ਬਈ ਤੇਰੀ ਪਰਸਨੈਲਿਟੀ ਕਿਆ ਬਾਤ, ਬੜੀ ਵਧੀਆ ਪਰਸਨੈਲਿਟੀ ਹੈ ਤੇਰੀ। ਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਗੱਡੀ ਵੀ ਹੈ, ਕੱਪੜੇ ਵੀ ਹੈ, ਹਨਾ। ਤੇ ਜਦੋਂ ਜਾਂਦੇ ਆ ਤੇ 4 ਬੰਦਿਆਂ 'ਚ ਗੱਡੀ ਤੋਂ ਉਤਰਦੇ ਆ ਤੇ ਕੋਈ ਕਹਿੰਦਾ ਨਹੀਂ ਸਾਨੂੰ ਵੀ ਸਾਡੀ ਤੇਰੀ ਤਾਂ ਪਰਸਨੈਲਿਟੀ ਬਹੁਤ ਹੈ, ਕਿਸੇ ਨੇ ਨਹੀਂ ਕਿਹਾ। ਫਿਰ ਸਾਡੇ ਮਨ ਦੇ ਵਿੱਚ ਇੱਕ ਹੋਰ ਖਿਆਲ ਆਇਆ, ਘਰ ਦੇ ਵਿੱਚ ਜਾ ਕੇ ਮਨ ਦੇ ਨਾਲ ਗੱਲ ਕੀਤੀ ਵੀ ਮਨਾ ਇੰਨਾ ਪੈਸਾ ਲਾ ਦਿੱਤਾ ਮਕਾਨ ਤੇ, ਗੱਡੀ ਤੇ, ਕੱਪੜਿਆਂ ਤੇ, ਹਨਾ। ਘੜੀ ਮਹਿੰਗੀ ਕਿੰਨੀ ਤੂੰ ਲੈ ਲਈ, 6000 ਦੀ ਤਾਂ ਘੜੀ ਬੰਨੇ ਗੁੱਟ ਤੇ, ਹਨਾ। ਤੇ ਪਰ ਤੈਨੂੰ ਕਿਸੇ ਨੇ ਕਿਹਾ ਹੀ ਨਹੀਂ ਵੀ ਤੂੰ ਪਰਸਨੈਲਿਟਡ ਬਹੁਤ ਹੈ, ਤੇਰੀ ਪਰਸਨੈਲਿਟੀ ਬਹੁਤ ਹੈ, ਹਨਾ। ਫਿਰ ਬਸ ਅਖੀਰਲਾ ਜਿਹੜਾ ਫੁਰਨਾ ਮਨ ਦੇ ਵਿੱਚ ਉੱਠਣਾ ਨਾ, ਫਿਰ ਏਦਾਂ ਲੱਗਣਾ ਵੀ ਬਸ ਇਹੀ ਚੀਜ਼ ਦੀ ਕਮੀ ਹੈ, ਜੇ ਖੁਰੇ ਇਹ ਆ ਜਾਵੇ ਨਾ ਸ਼ਾਇਦ ਅਸੀਂ ਪਰਸਨੈਲਿਟਡ ਮੈਨੂੰ ਕਹਿ ਦੇਣ ਲੋਕ, ਫਿਰ ਕੀ ਫੁਰਨਾ ਹੋਊਗਾ ਜੀ। ਆਈਫੋਨ ਲੈ ਲਈਏ ਅਸੀਂ 12, ਜੋ ਮੈਨੂੰ ਲੱਗਦਾ ਵੀ ਕਰੀਬ ਲੱਖ ਦੇ, ਆਪਣੇ ਕੋਲ ਤੇ ਪੈਸੇ ਹੀ ਬਹੁਤ ਆ, ਹਨਾ। ਸ਼ਾਇਦ ਹੋ ਸਕਦਾ ਅਸੀਂ ਇਹਦੇ ਨਾਲ ਕੀ ਹੈ ਪਰਸਨੈਲਿਟਡ ਬਣ ਜਾਈਏ, ਹਨਾ। ਅੱਛਾ ਜੀ, ਹੁਣ ਅਸੀਂ ਗੱਲ ਕਰਦੇ ਹਾਂ ਨਾ ਅੱਗੇ, ਮੈਂ 1 ਮਿੰਟ ਵੀਰ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਚੈਟ ਓਪਨ ਕਰਨ ਸਿਰਫ 1 ਮਿੰਟ ਦੇ ਵਿੱਚ ਹੀ। ਅਗਲਾ ਜਿਹੜਾ ਸਵਾਲ ਹੈ ਨਾ ਜੀ, ਉਹ ਸਵਾਲ ਬੱਚਿਆਂ ਨੂੰ ਕਰਨ ਲੱਗੇ ਆ ਜੀ, ਉਹ ਜਲਦੀ ਤੁਸੀਂ ਆਪਣਾ ਜਵਾਬ ਚੈਟ ਦੇ ਵਿੱਚ ਲਿਖ ਕੇ ਭੇਜਣਾ, ਤੇ ਜਿਹੜਾ ਬੱਚਾ ਉਹਦਾ ਜਵਾਬ ਬਿਲਕੁਲ ਸਹੀ ਦੇਗਾ ਉਹਨੂੰ ਐਂਡ ਤੇ ਕੀ ਆ ਜੇਤੂ ਘੋਸ਼ਿਤ ਕੀਤਾ ਜਾਊਗਾ, ਦੱਸਿਆ ਜਾਊਗਾ ਵੀ ਕਿਹੜਾ ਬੱਚਾ ਵਿਨਰ ਆ, ਉਹਨੂੰ ਕੱਢਿਆ ਜਾਊਗਾ। ਠੀਕ ਹੈ ਜੀ। ਸੋ ਅੱਗੇ ਤੁਹਾਡੇ ਕੋਲ ਮੈਂ ਫੋਟੋ ਸ਼ੇਅਰ ਕਰਨ ਲੱਗਿਆ, ਪਲੀਜ਼ ਤੁਸੀਂ ਦੱਸਣਾ ਵੀ ਉਹ ਫੋਟੋ ਕਿਸ ਦੀ ਹੈ। ਠੀਕ ਹੈ ਜੀ, ਜਲਦੀ ਵੀਰ ਜੀ ਚੈਟ ਓਪਨ ਕਰ ਦਿਓ ਜੀ, ਬੇਨਤੀ ਕਰੂੰਗਾ ਵੀਰ ਜੀ ਨੂੰ ਚੈਟ ਓਪਨ ਕਰ ਦਿਓ ਜੀ। ਸਾਡੇ ਕੋਲੇ 2 ਫੋਟੋਆਂ ਆ ਰਹੀਆਂ ਜੀ ਅੱਗੇ, ਪਲੀਜ਼ ਜਲਦੀ ਆਪਾਂ ਦੱਸੀਏ ਵੀ ਇਹ ਕੌਣ ਹੈ ਜੀ, ਇਹਨੂੰ ਤੁਸੀਂ ਦੇਖ ਰਹੇ ਹੋ। ਜਲਦੀ ਤੋਂ ਜਲਦੀ ਵੈਲ ਡਨ ਜਲਦੀ ਜੀ। ਓਕੇ ਵੀਰ ਜੀ, ਚੈਟ ਆਫ ਕਰ ਦਿਓ ਜੀ। ਹੁਣ ਅਸੀਂ ਅੱਗੇ ਵਧਦੇ ਹਾਂ, ਜੋ ਅਸੀਂ ਚੀਜ਼ਾਂ ਸਭ ਸੋਚੀਆਂ ਕਿ ਸਾਡੇ ਕੋਲ ਗੱਡੀ, ਚੰਗਾ ਘਰ, ਹਨਾ, ਕੱਪੜੇ ਬ੍ਰਾਂਡਡ, ਆਈਫੋਨ, ਸਭ ਕੁਝ ਸਾਨੂੰ ਮਿਲੇ, ਹਨਾ। ਤੇ ਉਸ ਤੋਂ ਬਾਅਦ ਸਾਡੇ ਮਨ ਦੇ ਵਿੱਚ ਆਉਂਦਾ ਹੈ ਵੱਖ-ਵੱਖ ਸਿੰਗਰਾਂ ਦੇ, ਸਟਾਰਸ ਦੇ ਸਾਡੇ ਮਾਈਂਡ ਦੇ ਵਿੱਚ ਨੇਮ ਆਉਂਦੇ ਆ। ਜਦੋਂ ਅਸੀਂ ਉਹਨਾਂ ਨੂੰ ਦੇਖਦੇ ਹਾਂ, ਫਿਰ ਟੀਵੀ ਤੇ ਦੇਖਦੇ ਹਾਂ ਜਾਂ ਉਹਨਾਂ ਦੀ ਪਿਕਚਰ ਦੇਖਦੇ ਹਾਂ, ਫਿਰ ਸਾਡੇ ਮਨ ਦੇ ਵਿੱਚ ਇੱਕ ਅਜਿਹਾ ਵੀ ਸਵਾਲ ਆਉਂਦਾ ਹੈ ਕਿ ਕਾਸ਼ ਮੈਂ ਵੀ ਇਸ ਤਰ੍ਹਾਂ ਦਾ ਹੋਵਾਂ, ਹਨਾ। ਆਪਾਂ ਨੂੰ ਲੱਗਦਾ ਕਿ ਉਹ ਸਿੰਗਰ ਦੇ ਵਾਂਗ ਮੇਰਾ ਵੀ ਕੁੱਤੀ ਹੋਵੇ, ਹੈਲੀਕਾਪਟਰ, ਜੈਟ ਜਿਹੜੇ ਉਹਨਾਂ ਕੋਲ ਹੁੰਦੇ ਆ, ਹਨਾ, ਗੱਡੀ ਹੁੰਦੀ ਆ। ਸਾਨੂੰ ਲੱਗਦਾ ਕਿ ਮੈਂ ਪਰਸਨੈਲਿਟੀ ਇਹਨਾਂ ਵਾਂਗੂ ਬਣਾ ਲਵਾਂ ਆਪਣੀ, ਇਹਨਾਂ ਵਾਂਗੂ ਪੱਗ ਬੰਨਾਂ ਮੈਂ, ਇਹਨਾਂ ਵਾਂਗੂ ਹੀ ਸਾਡੇ ਕੱਪੜੇ ਹੋਣ, ਸਾਡਾ ਸਾਰਾ ਪਹਿਰਾਵਾ ਇਹਨਾਂ ਸਟਾਰਸ ਵਾਂਗ ਹੀ ਹੋਵੇ। ਤੇ ਸਾਨੂੰ ਏਦਾਂ ਲੱਗਦਾ ਵੀ ਪਰਸਨੈਲਿਟੀ ਬਣ ਜਾਣੀ, ਬਸ ਬਣ ਗਈ ਸਾਡੀ ਪਰਸਨੈਲਿਟੀ, ਬਹੁਤ ਸੋਹਣੇ ਲੱਗ ਰਹੇ ਆ, ਅਸੀਂ ਸੋਚਦੇ ਹਾਂ, ਸਾਡੇ ਮਨ ਦੇ ਵਿੱਚ ਜਿਹੜੇ ਖਿਆਲ ਆ ਰਹੇ ਹੈ। ਠੀਕ ਹੈ ਜੀ। ਸੋ ਅੱਗੇ ਅਸੀਂ ਜਿਹੜੀਆਂ ਇਹ ਗੱਲਾਂ ਕਰ ਚੁੱਕੇ ਹਾਂ, ਇਹ ਸਾਡੀ ਅੱਜ ਦੀ ਪਰਸਨੈਲਿਟੀ ਸੀ। ਠੀਕ ਹੈ ਜੀ। ਸੋ ਜਿਹੜੀ ਅਸੀਂ ਪਰਸਨੈਲਿਟੀ ਲੈ ਕੇ ਆਉਣੀ ਹੈ, ਠੀਕ ਹੈ, ਉਹ ਸਾਡੀ ਇਹ ਪਰਸਨੈਲਿਟੀ ਸੀ। ਪਰ ਅਖੀਰ ਤੇ ਮੈਂ ਗੱਲ ਕਹੂੰਗਾ ਕਿ ਜਿਹੜੀ ਇਹ ਪਰਸਨੈਲਿਟੀ ਤੁਹਾਨੂੰ ਦਿਖਾਈ ਹੈ, ਇਹਦਾ ਜਿਹੜਾ ਵਰਕ ਆ ਹੁੰਦਾ ਨਾ, ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਭਾਈ ਇਹ ਕਾਪੀ ਦਾ ਵਰਕ ਆ, ਤੁਸੀਂ ਪਾਲ ਦਿਓ, ਕਿਉਂ, ਇਹ ਤੁਹਾਡੇ ਪੇਪਰ ਹੋ ਚੁੱਕੇ ਆ, ਹੁਣ ਤੇ ਚਾਹੀਦਾ ਨਹੀਂ ਤੁਹਾਨੂੰ, ਇਹ ਵਰਕਾ ਪਾੜ ਦਿਓ, ਹਨਾ, ਮੂਹਰਲਾ ਕਾਪੀ ਦਾ, ਤੇ ਦੂਜੇ ਪੰਨੇ ਤੋਂ ਫਿਰ ਦੁਬਾਰਾ ਕਾਪੀ ਨਵੀਂ ਲਾ ਲਓ। ਤੇ ਉਸ ਤਰ੍ਹਾਂ ਹੀ ਜੀ ਆਪਾਂ ਇਸ ਵਰਕੇ ਨੂੰ ਇਕੱਠਾ ਕਰ ਲਈਏ ਤੇ ਇਹਨੂੰ ਪਾੜ ਕੇ ਸਿੱਟ ਦਈਏ। ਹੁਣ ਦੁਬਾਰਾ ਫਿਰ ਅਸੀਂ ਗੱਲ ਕਰਦੇ ਹਾਂ ਪਰਸਨੈਲਿਟੀ ਦੀ। ਠੀਕ ਹੈ ਜੀ। ਪਰਸਨੈਲਿਟੀ ਕੀ ਚੀਜ਼ ਹੈ ਜੀ? ਪਰਸਨੈਲਿਟੀ ਐਕਚੁਅਲੀ ਐਕਸਟਰਨਲ ਜਿਹੜੀ ਪਰਸਨੈਲਿਟੀ ਹੈ, ਉਹਦੀ ਅਸੀਂ ਹੁਣੇ ਗੱਲ ਕਰ ਚੁੱਕੇ ਹਾਂ ਕਿ ਐਕਸਟਰਨਲ ਜਿਹੜੀ ਪਰਸਨੈਲਿਟੀ ਹੈ ਉਹ ਕੀ ਹੈ, ਹਨਾ। ਐਕਸਟਰਨਲ ਪਰਸਨੈਲਿਟੀ ਕੀ ਹੈ, ਤੇ ਉਸ ਤੋਂ ਬਾਅਦ ਐਕਸਟਰਨਲ ਤੋਂ ਬਾਅਦ ਸਾਡੀ ਇੰਟਰਨਲ ਪਰਸਨੈਲਿਟੀ ਵੀ ਆਉਂਦੀ ਹੈ ਜੀ। ਤੇ ਹੁਣ ਅਸੀਂ ਖਾਸ ਧਿਆਨ ਦੇਵਾਂਗੇ ਜੀ, ਅੱਗੇ ਅਸੀਂ ਕੀ ਗੱਲ ਕਰਨੀ, ਅੱਗੇ ਅਸੀਂ ਗੱਲ ਕਰਾਂਗੇ ਜੀ ਐਕਸਟਰਨਲ ਪਰਸਨੈਲਿਟੀ, ਸਾਡੀ ਜਿਹੜੀ ਬਾਹਰਲੀ ਪਰਸਨੈਲਿਟੀ ਹੈ। ਜਦੋਂ ਅਸੀਂ ਗੱਡੀ ਲੈ ਲਈ ਸੀ 40 ਲੱਖ ਦੀ, 1.5 ਲੱਖ ਦਾ ਫੋਨ ਲੈ ਲਿਆ ਸੀ, ਹਨਾ, ਤੇ 25,000 ਦੇ ਕੁੱਲ ਮਿਲਾ ਕੇ ਕੱਪੜੇ ਲੈ ਲਏ ਸੀ, 6,000 ਦੀ ਘੜੀ ਲੈ ਲਈ ਸੀ, ਹਨਾ, ਤਾਂ ਸਾਨੂੰ ਪਰਸਨੈਲਿਟੀ ਬੜੀ ਲੱਗਦੀ ਸੀ ਵੀ ਅਸੀਂ ਬਹੁਤ ਸੁੰਦਰ ਲੱਗ ਰਹੇ ਹਾਂ। ਪਰ ਐਕਚੁਅਲ ਦੇ ਵਿੱਚ ਉਹ ਜਿਹੜੀ ਪਰਸਨੈਲਿਟੀ ਸੀ ਉਹ ਸੀ ਆਰਟੀਫਿਸ਼ਲ ਹੈਪੀਨੈਸ, ਕਿ ਉਹ ਸਾਡੀ ਸਿਰਫ ਬਸ ਕੁਛ ਕੁ ਪਲਾਂ ਦੀ ਖੁਸ਼ੀ ਸੀ। ਕਿਉਂਕਿ ਦੇਖੋ ਜੀ, ਜੇ ਅਸੀਂ ਕੱਪੜੇ ਲਏ ਤਾਂ ਅਸੀਂ ਉਹ ਕੱਪੜਿਆਂ ਨੂੰ ਕੀ ਕਰਾਂਗੇ, 2 ਮਹੀਨੇ ਪਾਵਾਂਗੇ, 3 ਮਹੀਨੇ, 4 ਮਹੀਨੇ, ਸਾਲ ਪਾ ਲਵਾਂਗੇ, ਤੇ ਉਸ ਤੋਂ ਬਾਅਦ ਕੀ ਕਰਾਂਗੇ, ਅਸੀਂ ਉਹਨਾਂ ਦਾ ਪੁਰਾਣੇ ਹੋ ਜਾਣਗੇ, ਰੰਗ ਅਸੀਂ ਉਹਨਾਂ ਨੂੰ ਸਿੱਟ ਦਿਆਂਗੇ, ਸਾਡੇ ਵਰਤਣਯੋਗ ਨਹੀਂ ਰਹਿਣੇ। ਤੇ ਉਹ ਕੀ ਹੋਇਆ ਜੀ, ਸਾਡੀ ਆਰਟੀਫਿਸ਼ਲ ਹੈਪੀਨੈਸ ਹੋ ਗਈ। ਉਸ ਤੋਂ ਬਾਅਦ ਤੁਸੀਂ ਗੱਲ ਕੀਤੀ ਸੀ ਚੰਗੇ ਘਰ ਦੀ, ਕਿ ਸਾਡਾ ਜੇ ਚੰਗਾ ਘਰ ਹੋਊਗਾ ਤਾਂ ਅਸੀਂ
ਪਰਸਨੈਲਿਟੀ ਲੱਗਾਂਗੇ। ਪਰ ਅਸੀਂ ਦੇਖੀਏ ਕਿ ਜਦ ਤੂਫਾਨ ਆ ਜਾਵੇ, ਕੋਈ ਬਾਰਿਸ਼, ਹੜ੍ਹ ਆ ਜਾਣ, ਤਾਂ ਜਿਹੜੀ ਸਾਡੀ ਕੋਠੀ ਹੈ, ਸਾਡਾ ਘਰ ਹੈ, ਜੇ ਉਹ ਤਬਾਹ ਹੋ ਜਾਊਗਾ ਤਾਂ ਕੀ ਹੋ ਜਾਊਗਾ? ਸਾਡੀਆਂ ਜਿਹੜੀਆਂ ਖੁਸ਼ੀਆਂ ਉਹ ਖਤਮ ਹੋ ਜਾਣਗੀਆਂ। ਠੀਕ ਹੈ ਜੀ। ਉਸ ਤੋਂ ਬਾਅਦ ਪੈਸੇ ਦੀ ਗੱਲ ਕੀਤੀ ਸੀ ਅਸੀਂ, ਜੇ ਸਾਡੇ ਕੋਲ ਪੈਸਾ ਕੀ ਹੈ, ਪੈਸਾ ਵੀ ਇੱਕ ਦਿਨ ਤਾਂ ਖਤਮ ਹੋ ਜਾਂਦਾ। ਕਹਿੰਦੇ ਆ ਵੀ ਪੈਸਾ ਜਿਹੜਾ ਹੱਥਾਂ ਦੀ ਮੈਲ ਆ, ਹਨਾ, ਏਦਾਂ ਆਪਾਂ ਸੁਣਨ ਨੂੰ ਮਿਲਦਾ ਆਪਾਂ ਨੂੰ ਕਿ ਜਿਹੜਾ ਪੈਸਾ ਇਹ ਬਹੁਤਾ ਲੰਮਾ ਚਿਰ ਨਹੀਂ ਚੱਲਦਾ ਜੇ ਆਪਾਂ ਦੇਖੀਏ ਤਾਂ। ਕਿਉਂਕਿ ਕਹਿੰਦੇ ਹੁੰਦੇ ਆ ਨਾ ਵੀ ਜੇ ਕਿਸੇ ਨੂੰ ਹੌਸਲਾ ਦੇਣਾ ਹੋਵੇ ਤਾਂ ਉਹਨੂੰ ਇੱਕ ਸ਼ਬਦ ਕਹਿ ਦਿਓ ਕਿ ਜਿਹੜਾ ਸਮਾਂ ਆਉਣ ਵਾਲਾ ਇਹ ਚੰਗਾ ਆਵੇਗਾ ਸ਼ਾਇਦ। ਠੀਕ ਹੈ ਜੀ। ਸਾਨੂੰ ਲੱਗਦਾ ਕਿ ਜਿਹੜਾ ਅਮੀਰ ਆ ਉਹ ਹਮੇਸ਼ਾ ਅਮੀਰ ਨਹੀਂ ਰਹਿੰਦਾ, ਤੇ ਜਿਹੜਾ ਗਰੀਬ ਆ ਉਹ ਹਮੇਸ਼ਾ ਗਰੀਬ ਨਹੀਂ ਰਹਿੰਦਾ। ਇਹ ਇੱਕ ਅਜਿਹਾ ਵਰਡ ਹੈ ਜਿਹਨੂੰ ਅਸੀਂ ਜਦੋਂ ਬੋਲਦੇ ਆ ਨਾ ਤਾਂ ਸਾਡੇ ਮਨ ਨੂੰ ਸੰਤੁਸ਼ਟੀ ਹੋ ਜਾਂਦੀ ਹੈ ਵੀ ਯਾਰ ਅਸੀਂ ਅੱਜ ਗਰੀਬ ਆ ਤੇ ਹੋ ਸਕਦਾ ਅਸੀਂ ਕੱਲ ਨੂੰ ਅਮੀਰ ਹੋ ਜਾਈਏ, ਹਨਾ। ਪਰ ਜਿਹੜਾ ਅਮੀਰ ਵਿਅਕਤੀ ਹੈ ਉਹਨੂੰ ਏਦਾਂ ਲੱਗਦਾ ਕਿ ਇਹ ਤਾਂ ਉਹਨੂੰ ਕੌੜਾ ਲੱਗਦਾ ਇਹ ਸ਼ਬਦ, ਹਨਾ। ਸੋ ਇਸ ਤਰ੍ਹਾਂ ਹੀ ਹੈ ਜੀ, ਐਕਸਟਰਨਲ ਪਰਸਨੈਲਿਟੀ ਜਿਹੜੀ ਅਸੀਂ ਗੱਲ ਕੀਤੀ ਹੈ ਆਰਟੀਫਿਸ਼ਲ ਹੈਪੀਨੈਸ ਹੈ ਜੀ, ਜਿਹੜੀ ਕੁਛ ਕੁ ਪਲਾਂ ਦੇ ਸਾਨੂੰ ਖੁਸ਼ ਕਰਦੀ ਹੈ ਤੇ ਉਸ ਤੋਂ ਬਾਅਦ ਸਾਡੇ ਫਿਰ ਉਦਾਂ ਹੀ ਅਸੀਂ ਬੁੱਝ ਜਾਂਦੇ ਹਾਂ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਗੱਲ ਕਰਾਂਗੇ ਅਸੀਂ ਇੰਟਰਨਲ ਪਰਸਨੈਲਿਟੀ। ਇਹ ਜਿਹੜੀ ਪਰਮਾਨੈਂਟ ਹੈਪੀਨੈਸ ਹੈ, ਸਾਡੀ ਪੱਕੀ ਖੁਸ਼ੀ ਹੈ, ਸਾਡਾ ਸਾਰਾ ਜੀਵਨ ਸਾਡੇ ਨਾਲ ਜਿਹੜੀ ਜਾਣੀ ਹੈ, ਨਾਲ ਰਹਿਣੀ ਹੈ, ਜਿਹਨੇ ਸਾਨੂੰ ਹਮੇਸ਼ਾ ਹੀ ਖੁਸ਼ ਰੱਖਣਾ, ਹਮੇਸ਼ਾ ਹੀ ਅਸੀਂ ਖਿੜੇ ਰਹਾਂਗੇ, ਉਹ ਪਰਸਨੈਲਿਟੀ ਇੰਟਰਨਲ ਪਰਸਨੈਲਿਟੀ ਹੈ ਜੀ। ਜਿੱਦਾਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਬਰਤਨਾਂ ਦੀ ਸੇਵਾ ਕਰਦੇ ਹਾਂ, ਜਾਂ ਅਸੀਂ ਘਰ ਦੇ ਵਿੱਚ ਬਰਤਨਾਂ ਦੀ ਸੇਵਾ ਕਰਦੇ ਹਾਂ ਕਿ ਅਸੀਂ ਖਾਣਾ ਪ੍ਰਸ਼ਾਦ ਛਕ ਲਿਆ ਤੇ ਅਸੀਂ ਆਪਣੇ ਬਰਤਨ ਜਦੋਂ ਖੁਦ ਸਾਫ਼ ਕਰਦੇ ਹਾਂ ਨਾ, ਉਹ ਵੀ ਸਾਡੀ ਇੱਕ ਸੇਵਾ। ਜ਼ਰੂਰੀ ਨਹੀਂ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਜਾ ਕੇ ਸੇਵਾ ਕਰਨੀ ਹੈ। ਜਿੱਥੇ ਸਾਨੂੰ ਲੋੜ ਲੱਗਦੀ ਹੈ, ਸਾਨੂੰ ਲੱਗਦਾ ਵੀ ਇੱਥੇ ਲੋੜ ਹੈਗੀ ਆ ਸਾਡੀ ਸੇਵਾ ਕਰਨ ਦੀ, ਤਾਂ ਉੱਥੇ ਸੇਵਾ ਕਰੀਏ। ਇਹ ਸਾਡੀ ਇੰਟਰਨਲ ਪਰਸਨੈਲਿਟੀ ਹੈ ਜੀ। ਸਾਡੇ ਮਨ ਦੇ ਵਿੱਚ ਇਹ ਫੁਰਨਾ ਉੱਠ ਰਿਹਾ ਕਿ ਅਸੀਂ ਇੱਥੇ ਸੇਵਾ ਕਰਨੀ ਹੈ, ਤਾਂ ਇਹਦਾ ਮਤਲਬ ਸਾਡੇ ਵਿੱਚ ਇੰਟਰਨਲ ਪਰਸਨੈਲਿਟੀ ਸਾਡੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਗੁਰਬਾਣੀ ਦੀ। ਜੇ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ, ਸਾਡੇ ਮਨ ਦੇ ਵਿੱਚ ਗੁਰਬਾਣੀ ਪੜ੍ਹਨ ਦਾ ਫੁਰਨਾ ਉੱਠ ਰਿਹਾ ਹੈ, ਸਾਡਾ ਪਿਆਰ ਗੁਰੂ ਸਾਹਿਬ ਨਾਲ ਪਿਆ ਹੋਇਆ ਤੇ ਸਾਡੇ ਮਨ ਦੇ ਵਿੱਚ ਆ ਰਿਹਾ ਕਿ ਅੱਜ ਮੈਂ ਆਪਣੇ ਪ੍ਰੇਮੀ ਦੇ ਕੋਲੇ ਤਾਂ ਗਿਆ ਹੀ ਨਹੀਂ, ਪ੍ਰੇਮੀ ਦੇ ਸਨਮੁਖ ਤਾਂ ਹੋਇਆ ਹੀ ਨਹੀਂ। ਪ੍ਰੇਮੀ ਦਾ ਮਤਲਬ ਕਿ ਗੁਰੂ ਸਾਹਿਬ ਦੇ ਅੱਗੇ ਜਾ ਕੇ ਮੈਂ ਗੁਰੂ ਸਾਹਿਬ ਜੀ ਨਾਲ ਗੱਲਬਾਤ ਨਹੀਂ ਕੀਤੀ, ਆਪਣੇ ਵਿਚਾਰ ਨਹੀਂ ਸਾਂਝੇ ਕੀਤੇ, ਮੈਂ ਗੁਰਬਾਣੀ ਨਹੀਂ ਪੜ੍ਹੀ, ਤਾਂ ਇਹਦਾ ਮਤਲਬ ਕੀ ਹੈ? ਜੇ ਤੁਹਾਡੇ ਮਨ ਦੇ ਵਿੱਚ ਇਦਾਂ ਦਾ ਖਿਆਲ ਆ ਰਿਹਾ ਹੈ, ਇਸ ਦਾ ਮਤਲਬ ਤੁਹਾਡੇ ਵਿੱਚ ਇੰਟਰਨਲ ਪਰਸਨੈਲਿਟੀ ਦੀ ਕੋਈ ਘਾਟ ਨਹੀਂ, ਤੁਹਾਡੀ ਇੰਟਰਨਲ ਪਰਸਨੈਲਿਟੀ ਗੁੱਡ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਅੱਗੇ ਚੱਲਦੇ ਹਾਂ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਪੰਥ ਖਾਲਸਾ ਦੀ ਗੱਲ ਕਰਦੇ ਹਾਂ ਜੀ। ਜਿਹੜੀ ਸਾਡੀ ਇੰਟਰਨਲ ਪਰਸਨੈਲਿਟੀ ਦੀ ਗੱਲ ਕੀਤੀ ਹੈ, ਉਹਦਾ ਸਿੱਖ ਬਣਿਆ ਹੋਇਆ ਹੈ, ਜਿਹਨੇ ਅੰਮ੍ਰਿਤਪਾਨ ਕੀਤਾ ਹੋਇਆ ਹੈ, 5 ਕਕਾਰ ਉਹਦੇ ਕੋਲੇ ਮੌਜੂਦ ਹੈਗੇ ਆ, ਹਨਾ। ਤਾਂ ਉਹ ਕੀ ਹੈ? ਇੰਟਰਨਲ ਪਰਸਨੈਲਿਟੀ ਹੈ। ਜੇ ਇੱਕ ਡੇਲੀ ਨਿਤਨੇਮ ਕਰ ਰਿਹਾ ਤਾਂ ਉਹਦਾ ਮਤਲਬ ਕੀ ਹੈ ਕਿ ਉਸ ਵਿਅਕਤੀ ਦੀ ਪਰਸਨੈਲਿਟੀ ਹੈ ਕਿਹੜੀ? ਇੰਟਰਨਲ ਪਰਸਨੈਲਿਟੀ ਦੀ ਗੱਲ ਕਰਨੀ ਹੈ ਜੀ ਆਪਾਂ। ਇਹਦਾ ਮਤਲਬ ਉਹਦੀ ਇੰਟਰਨਲ ਪਰਸਨੈਲਿਟੀ ਬਹੁਤ ਚੰਗੀ ਹੈ, ਉਹਦੇ ਕੋਲ ਇੰਟਰਨਲ ਗੁਣ ਹੈਗੇ ਆ। ਇਸ ਦਾ ਮਤਲਬ ਇਹ ਕਿ ਇੰਟਰਨਲ ਪਰਸਨੈਲਿਟੀ ਤੋਂ ਮਜ਼ਬੂਤ ਆ ਉਹ ਵਿਅਕਤੀ। ਸਾਨੂੰ ਇੰਟਰਨਲ ਪਰਸਨੈਲਿਟੀ ਦੀ ਲੋੜ ਹੈ ਕਿ ਜੇ ਅਸੀਂ ਅੱਜ ਅੰਮ੍ਰਿਤਪਾਨ ਕਰ ਲੈਂਦੇ ਹਾਂ, ਕੀ ਇਹ ਸਾਨੂੰ ਆਰਟੀਫਿਸ਼ਲ ਹੈਪੀਨੈਸ ਦੇਵੇਗਾ? ਨਹੀਂ ਜੀ। ਜੇ ਅਸੀਂ ਗੁਰੂ ਸਾਹਿਬ ਨਾਲ ਅੰਮ੍ਰਿਤਪਾਨ ਕਰ ਲੈਂਦੇ ਹਾਂ, ਅਸੀਂ ਨਿਤਨੇਮ ਕਰਦੇ ਹਾਂ, ਤਾਂ ਇਹ ਸਾਡੀ ਆਰਟੀਫਿਸ਼ਲ ਹੈਪੀਨੈਸ ਨਹੀਂ ਰਹੇਗੀ ਜੀ, ਇਹ ਸਾਡੀ ਪਰਮਾਨੈਂਟ ਹੈਪੀਨੈਸ ਬਣ ਜਾਏਗੀ, ਜੋ ਕਿ ਸਾਨੂੰ ਹਮੇਸ਼ਾ ਹੀ ਖੇੜੇ ਦੇ ਵਿੱਚ ਰੱਖੇ। ਜਿਵੇਂ ਆਪਾਂ ਪੜ੍ਹਦੇ ਹਾਂ, ਨਾਨਕ ਭਗਤਾ ਸਦਾ ਵਿਗਾਸ। ਜਿਹੜਾ ਗੁਰੂ ਨਾਨਕ ਦਾ ਭਗਤ ਹੈ ਨਾ ਜੀ, ਉਹ ਹਮੇਸ਼ਾ ਖੇੜੇ ਦੇ ਵਿੱਚ ਰਹਿੰਦਾ, ਉਹ ਹਮੇਸ਼ਾ ਖਿੜਿਆ ਰਹਿੰਦਾ ਹੈ। ਭਾਵੇਂ ਕੋਈ ਮੁਸੀਬਤ ਆ ਜੇ, ਕੋਈ ਪ੍ਰੋਬਲਮ ਆ ਜੇ, ਉਹ ਆਪਣੀ ਪ੍ਰੋਬਲਮ ਦਾ ਸਾਹਮਣਾ ਖਿੜੇ ਮੱਥੇ ਕਰਦਾ ਹੈ। ਇਹ ਗੁਰੂ ਨਾਨਕ ਦਾ ਸਿੱਖ ਹੈ ਜੀ। ਗੁਰੂ ਨਾਨਕ ਭਗਤਾ ਸਦਾ ਵਿਗਾਸ, ਇਸ ਨੂੰ ਅਸੀਂ ਯਾਦ ਰੱਖੀਏ ਜੀ। ਅੱਗੇ ਅਸੀਂ ਗੱਲ ਕਰਦੇ ਹਾਂ ਫਿਰ ਹੈਪੀਨੈਸ। ਹੈਪੀਨੈਸ ਦਾ ਮਤਲਬ ਖੁਸ਼ੀ। ਤੇ ਹੈਪੀਨੈਸ ਸਾਨੂੰ ਕਦੋਂ ਮਿਲਣੀ ਹੈ? ਜਦੋਂ ਸਾਡੇ ਕੋਲੇ ਗੁਣ ਹੋਣਗੇ। ਠੀਕ ਹੈ ਜੀ। ਕਿਉਂਕਿ ਸਾਡੀ ਇੰਟਰਨਲ ਪਰਸਨੈਲਿਟੀ ਹੈ ਜਿਹੜੀ, ਉਹ ਸਾਡੇ ਗੁਣਾਂ ਦੇ ਕਰਕੇ ਵਧਣੀ ਹੈ। ਅਸੀਂ ਅੱਜ ਮੇਨ ਸਾਡਾ ਜਿਹੜਾ ਮੋਟਿਵ ਹੈ
ਗੱਲ ਕਰਨ ਦਾ ਪਰਸਨੈਲਿਟੀ ਦਾ, ਉਹ ਮੇਨ ਮੋਟਿਵ ਸਾਡੀ ਇੰਟਰਨਲ ਪਰਸਨੈਲਿਟੀ ਦਾ ਜੀ, ਐਕਸਟਰਨਲ ਪਰਸਨੈਲਿਟੀ ਦਾ ਨਹੀਂ, ਜੋ ਅਸੀਂ ਪਹਿਲਾਂ ਕਰ ਚੁੱਕੇ ਹਾਂ, ਜੋ ਅਸੀਂ ਅੱਜ ਕਰਦੇ ਹਾਂ ਪਹਿਲਾਂ ਆਪਾਂ ਉਹ ਸ਼ੇਅਰ ਕੀਤਾ, ਜੋ ਕਰਨਾ ਚਾਹੀਦਾ ਉਹ ਅਸੀਂ ਹੁਣ ਸ਼ੇਅਰ ਕਰ ਰਹੇ ਹਾਂ। ਕਿ ਜਿਹੜੀ ਹੈਪੀਨੈਸ ਹੈ, ਖੁਸ਼ੀ ਹੈ, ਉਹ ਸਾਡੇ ਗੁਣਾਂ ਦੇ ਕਰਕੇ, ਸਾਡੀ ਇੰਟਰਨਲ ਪਰਸਨੈਲਿਟੀ ਸਾਡੇ ਗੁਣਾਂ ਦੇ ਕਰਕੇ ਹੈ ਜੀ। ਠੀਕ ਹੈ ਜੀ। ਸੋ ਸਭ ਤੋਂ ਪਹਿਲਾਂ ਸਾਡਾ ਜਿਹੜਾ ਗੁਣ ਸਾਡੇ ਵਿੱਚ ਹੋਣਾ ਚਾਹੀਦਾ ਹੈ ਕਿ ਅਸੀਂ ਗੁਰਬਾਣੀ ਨੂੰ ਪੜ੍ਹੀਏ, ਗੁਰਬਾਣੀ ਨੂੰ ਵਿਚਾਰੀਏ, ਕੋਸ਼ਿਸ਼ ਕਰੀਏ ਕਿ ਨਿਤਨੇਮ ਆਪਣਾ ਜਿਹੜਾ ਕੰਟੀਨਿਊ ਰੱਖੀਏ, ਅਸੀਂ ਨਿਤਨੇਮ ਕਰਦੇ ਰਹੀਏ। ਠੀਕ ਹੈ ਜੀ। ਉਸ ਤੋਂ ਬਾਅਦ ਪੁਆਇੰਟ ਸਾਡੇ ਕੋਲ ਆਉਂਦਾ ਜੀ ਸਬਰ, ਜਿਹੜਾ ਗੁਰੂ ਸਾਹਿਬ ਜੀ ਨੇ ਵੀ ਕਿਹਾ ਕਿ ਸਬਰ ਸਾਡੀ ਜ਼ਿੰਦਗੀ ਦੇ ਵਿੱਚ ਹੋਣਾ ਬਹੁਤ ਹੀ ਜ਼ਰੂਰੀ ਹੈ। ਇਹ ਇੱਕ ਗੁਣ ਦੇ ਦੂਜਾ ਗੁਣ ਆ ਸਾਡਾ। ਪਹਿਲਾ ਗੁਣ ਕਿ ਸਾਡੇ ਵਿੱਚ ਗੁਰਬਾਣੀ ਪੜ੍ਹਨ ਦਾ ਪਿਆਰ ਪ੍ਰੇਮ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਇੱਕ ਟਾਈਮ ਗੁਰਬਾਣੀ ਨਾ ਪੜ੍ਹੀਏ ਤਾਂ ਸਾਡਾ ਮਨ ਨਾ ਲੱਗੇ, ਸਾਨੂੰ ਏਦਾਂ ਲੱਗੇ ਕਿ ਸਾਡਾ ਅੱਜ ਕੋਈ ਕੰਮ ਅਧੂਰਾ ਰਹਿ ਗਿਆ, ਸਾਡਾ ਪ੍ਰਸ਼ਾਦਾ ਛਕਣ ਨੂੰ ਮਨ ਨਾ ਕਰੇ, ਸਾਡਾ ਕੋਈ ਕੰਮ ਕਰਨ ਨੂੰ ਮਨ ਨਾ ਕਰੇ ਜਿੰਨਾ ਚਿਰ ਅਸੀਂ ਗੁਰਬਾਣੀ ਦਾ ਨਸ਼ਾ ਨਾ ਕਰੀਏ। ਤਾਂ ਇਹ ਸਾਡਾ ਵੀ ਗੁਣ ਹੈ। ਉਸ ਤੋਂ ਬਾਅਦ ਸਬਰ ਦੀ ਗੱਲ, ਕਿ ਅਸੀਂ ਗੱਲ ਕੀਤੀ ਨਾ ਕਿ ਜੇ ਮੇਰੇ ਕੋਲੇ ਪੈਸਾ ਹੈ ਤਾਂ ਅਸੀਂ ਵੱਡੀਆਂ ਗੱਡੀਆਂ ਲੈ ਕੇ ਜਾਂ ਆਪਣੇ ਜੈਟ ਲੈ ਕੇ, ਹਨਾ, ਵੱਡੀਆਂ ਕੋਠੀਆਂ ਲੈ ਕੇ, ਚੰਗੇ ਕੱਪੜੇ ਪਾ ਕੇ ਅਸੀਂ ਘੁੰਮੀਏ ਨਾ, ਅਸੀਂ ਸਬਰ ਰੱਖੀਏ ਕਿ ਜੇ ਸਾਡੇ ਕੋਲ ਪੈਸਾ ਚੰਗਾ ਹੈ ਤਾਂ ਅਸੀਂ ਕੀ ਕਰੀਏ, ਲੋੜਵੰਦਾਂ ਦੀ ਮਦਦ ਕਰੀਏ। ਜਿਹੜੇ ਲੋੜਵੰਦ ਫੁੱਟਪਾਥ ਤੇ ਸੌਂਦੇ ਆ ਰਾਤ ਨੂੰ, ਹਨਾ, ਉਹਨਾਂ ਨੂੰ ਕੋਈ ਕਮਰਾ, ਬਹੁਤਾ ਵੱਡਾ ਘਰ ਨਹੀਂ, ਮਹਿਲ ਨਹੀਂ, ਕੋਈ 2 ਕਮਰੇ, ਇੱਕ ਕਮਰਾ ਉਹਨਾਂ ਦੇ ਰਹਿਣ ਵਾਸਤੇ ਅਸੀਂ ਬਣਾ ਦਈਏ ਉਹਨਾਂ ਨੂੰ। ਜੇ ਉਹਨਾਂ ਕੋਲ ਕੱਪੜੇ ਨਹੀਂ ਤਾਂ ਅਸੀਂ ਉਹਨਾਂ ਨੂੰ ਕੱਪੜੇ ਦਵਾ ਦਈਏ, ਹਨਾ। ਕਦੇ ਕਦੇ ਅਸੀਂ ਕੀ ਦੇਖਦੇ ਹਾਂ, ਇੱਕ ਗੋਲਗੱਪਿਆਂ ਵਾਲੀ ਰੇਹੜੀ ਦੀ ਆਪਾਂ ਐਗਜ਼ਾਮਪਲ ਲੈ ਲਈਏ, ਕਦੇ ਕਦੇ ਅਸੀਂ ਕੁਲਚੇ ਵਾਲੇ ਜਾਂ ਗੋਲਗੱਪੇ ਵਾਲੇ ਕੋਲ ਜਾਂਦੇ ਹਾਂ ਤੇ ਉਹ ਕੀ ਕਰਦਾ, ਉਹ ਬਹੁਤ ਹੀ ਤੇਜ਼ੀ ਦੇ ਨਾਲ, ਫੁਰਤੀ ਦੇ ਨਾਲ ਕੀ ਆ, ਜਿਹੜੇ ਉਹਦੇ ਕੋਲੇ ਕਸਟਮਰ ਖੜੇ ਹੁੰਦੇ ਆ ਉਹਨਾਂ ਨੂੰ ਦੇਖਦਾ, ਉਹਨਾਂ ਨੂੰ ਤੋਰਦਾ, ਹਨਾ, ਪ੍ਰੋਵਾਈਡ ਕਰਾਉਂਦਾ ਜੋ ਵੀ ਚੀਜ਼ ਉਹਦੇ ਕੋਲੇ ਹੁੰਦੀ ਹੈ। ਪਰ ਕਦੇ ਤੁਸੀਂ ਏਦਾਂ ਇਹ ਗੱਲ ਸੋਚੀ ਹੈ ਕਿ ਜਿਹੜੇ ਅਸੀਂ ਰੇਹੜੀ ਵਾਲੇ ਕੋਲ ਖੜੇ ਆ, ਜਿਹਦੇ ਕੋਲ ਅਸੀਂ ਖੜੇ ਆ, ਕਿ ਉਹਨੇ ਵੀ ਕਦੇ ਕੋਈ ਟੇਸਟ ਕੀਤਾ ਹੋਵੇਗਾ ਸ਼ਾਇਦ ਕੁਲਚੇ ਦਾ ਜਾਂ ਗੋਲਗੱਪੇ ਦਾ, ਸ਼ਾਇਦ ਟੇਸਟ ਨਾ ਕੀਤਾ ਹੋਵੇ, ਹਨਾ। ਇਹ ਅਸੀਂ ਕਦੇ ਆਪਣੇ ਮਾਈਂਡ ਦੇ ਵਿੱਚ ਗੱਲ ਨਹੀਂ ਦੇਖੀ। ਜੇ ਸਾਨੂੰ ਲੱਗ ਰਿਹਾ ਨਾ ਸਾਡੇ ਕੋਲੇ ਪੈਸੇ ਹੈ ਤਾਂ ਤੁਸੀਂ ਕੀ ਕਰ ਸਕਦੇ ਹੋ, ਤੁਸੀਂ ਉਸ ਰੇਹੜੀ ਵਾਲੇ ਕੋਲ ਖੜ ਕੇ ਕਹਿ ਸਕਦੇ ਹੋ, ਭਾਈ ਤੂੰ ਇੱਕ ਪਲੇਟ ਤਿਆਰ ਕਰ ਜਾਂ ਇੱਕ ਤਿਆਰ ਕਰ ਤੇ ਪੈਸੇ ਤੈਨੂੰ ਮੈਂ ਦੇਣਾ, ਤੂੰ ਆਪ ਖਾ ਖੁਦ। ਇਹ ਮੈਂ ਆਪਣੀ ਲਾਈਫ ਦਾ ਤੁਹਾਨੂੰ ਐਕਸਪੀਰੀਅੰਸ ਦੱਸ ਰਿਹਾ, ਮੈਂ ਖੁਦ ਕਰ ਚੁੱਕਿਆ ਜੀ। ਸੋ ਅਸੀਂ ਬਹੁਤਾ ਟਾਈਮ ਨਾ ਲਈਏ, ਅੱਗੇ ਚੱਲੀਏ ਜੀ। ਉਸ ਤੋਂ ਬਾਅਦ ਸਾਡੇ ਵਿੱਚ ਵਿਸ਼ਵਾਸ ਹੋਣਾ ਚਾਹੀਦਾ ਹੈ। ਵਿਸ਼ਵਾਸ ਕਾਹਦੇ ਤੇ ਕਰਨਾ, ਅਸੀਂ ਵਿਸ਼ਵਾਸ ਲੋਕਾਂ ਤੇ ਨਹੀਂ ਕਰਨਾ, ਅਸੀਂ ਵਿਸ਼ਵਾਸ ਆਪਣੇ ਗੁਰੂ ਸਾਹਿਬ ਤੇ ਕਰਨਾ ਹੈ। ਕਿ ਜੇ ਅਸੀਂ ਗੁਰਬਾਣੀ ਪੜ੍ਹ ਰਹੇ ਹਾਂ, ਸਾਡੇ ਵਿੱਚ ਸਬਰ ਹੈ, ਤਾਂ ਕੀ ਹੈ, ਅਸੀਂ ਜ਼ਰੂਰ ਇੱਕ ਦਿਨ ਸਫਲ ਹੋਵਾਂਗੇ। ਅਸੀਂ ਜ਼ਰੂਰ ਗੁਰੂ ਸਾਹਿਬ ਜੀ ਦੀ ਗੱਲਬਾਤ ਨੂੰ ਮੰਨਦੇ ਰਹੀਏ, ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਆ, ਉਹਨਾਂ ਦੀ ਗੁਰਬਾਣੀ ਨੂੰ ਮੰਨੀਏ, ਪੜ੍ਹੀਏ ਗੁਰਬਾਣੀ ਨੂੰ। ਤੇ ਸਾਡਾ ਵਿਸ਼ਵਾਸ ਕਿਹਦੇ ਤੇ ਹੋਣਾ ਚਾਹੀਦਾ ਜੀ, ਗੁਰੂ ਸਾਹਿਬਾਨ ਤੇ। ਇਹਦੇ ਨਾਲ ਸਾਡੀ ਇੰਟਰਨਲ ਪਰਸਨੈਲਿਟੀ ਦੇ ਵਿੱਚ ਕੀ ਹੋਣਾ, ਵਾਧਾ ਹੋਊਗਾ ਜੀ। ਉਸ ਤੋਂ ਬਾਅਦ ਨਿਮਰਤਾ ਦੀ ਗੱਲ ਕਰਦੇ, ਸਾਡੇ ਦੇ ਵਿੱਚ ਮਨ ਦੇ ਵਿੱਚ ਨਿਮਰਤਾ ਹੋਣੀ ਜ਼ਰੂਰੀ ਆ। ਸਾਡੇ ਡੇਲੀ ਜਦੋਂ ਅਸੀਂ ਬੋਲਦੇ ਹਾਂ ਕਿਸੇ ਨਾਲ, ਸਾਡੀ ਬੋਲਚਾਲ ਹੁੰਦੀ ਹੈ ਆਫਿਸ ਦੇ ਵਿੱਚ, ਸਕੂਲ ਦੇ ਵਿੱਚ, ਸਾਡੇ 'ਚ ਨਿਮਰਤਾ ਹੋਣੀ ਚਾਹੀਦੀ ਹੈ। ਕਿ ਜੇ ਕੋਈ ਸਾਨੂੰ ਉੱਚੀ ਬੋਲਦਾ ਤੇ ਸਾਡੇ 'ਚ ਇੰਨੀ ਕੀ ਨਿਮਰਤਾ ਹੋਵੇ ਕਿ ਅਸੀਂ ਫਿਰ ਵੀ ਉਹਨੂੰ ਉੱਚਾ ਬੋਲਿਆ, ਸਾਨੂੰ ਨੀਵਾਂ ਬੋਲਿਆ, ਅਸੀਂ ਉਹਨੂੰ ਸਵੀਕਾਰ ਕਰ ਲਈਏ। ਪਰ ਇਹ ਗੁਣ ਆਉਣਾ ਬਹੁਤ ਹੀ ਔਖਾ ਹੈ, ਜੋ ਕਿ ਹਜੇ ਮੇਰੇ ਵਿੱਚ ਵੀ ਨਹੀਂ ਆ ਚੁੱਕਿਆ। ਮੈਂ ਤੁਹਾਨੂੰ ਕਹਿ ਰਿਹਾ ਵੀ ਭਾਈ ਨਿਮਰਤਾ ਦਾ ਗੁਣ ਲੈ ਕੇ ਆਓ, ਹਨਾ। ਪਰ ਇੱਕ ਗੱਲ ਹੋਰ ਹੁੰਦੀ, ਕਦੇ ਕਦੇ ਆਪਾਂ ਇਹ ਗੱਲ ਸੁਣਦੇ ਹਾਂ, ਭਾਈ ਜਿੰਨਾ ਚਿਰ ਆਪ ਨਾ ਕੋਈ ਕੰਮ ਕਰਦੇ ਕਿਸੇ ਨੂੰ ਕਹਿਣਾ ਨਹੀਂ ਚਾਹੀਦਾ। ਪਰ ਇਹ ਗੱਲ ਠੀਕ ਹੈ, ਪਰ ਇਹ ਵੀ ਗੱਲ ਇਹਦੇ ਦੂਜੇ ਪੈਰਲਲ ਇਹ, ਜੇ ਅਸੀਂ ਨਹੀਂ ਕਰ ਪਾਉਂਦੇ ਤੁਸੀਂ ਹੋਰਾਂ ਨੂੰ ਦੱਸ ਦਿਓ, ਕੀ ਪਤਾ ਉਹ ਛੇਤੀ ਤੁਹਾਡੇ ਤੋਂ ਕਰਨ ਲੱਗ ਜਾਏ, ਉਹਦਾ ਭਲਾ ਹੋ ਜਾਵੇ, ਹਨਾ। ਤਾਂ ਇਹ ਦੋਵੇਂ ਗੱਲਾਂ ਠੀਕ ਹੈ ਕਿ ਨਿਮਰਤਾ ਦੀ ਗੱਲ ਕਰ ਚੁੱਕੇ ਹਾਂ ਜੀ ਅਸੀਂ। ਉਸ ਤੋਂ ਬਾਅਦ ਜਦੋਂ ਸਾਡੇ ਕੋਲੇ ਗੁਰਬਾਣੀ ਦਾ ਗੁਣ, ਸਬਰ ਦਾ ਗੁਣ, ਵਿਸ਼ਵਾਸ ਦਾ ਗੁਣ ਤੇ ਨਿਮਰਤਾ ਦਾ ਗੁਣ ਆ ਜਾਏਗਾ ਨਾ ਜੀ, ਉਸ ਤੋਂ ਬਾਅਦ ਸਿੱਧਾ ਅਸੀਂ ਕੀ ਦੇਖਾਂਗੇ ਜੀ, ਸਿੱਧਾ ਅਸੀਂ ਆਪਣੀ ਮੰਜ਼ਿਲ ਤੇ ਪਹੁੰਚਾਂਗੇ। ਜਿਹਦੇ ਨਾਲ ਕਿਉਂਕਿ ਸਾਡੇ ਕੋਲੇ ਇੰਟਰਨਲ ਪਰਸਨੈਲਿਟੀ ਹੈ, ਸਾਡੇ ਕੋਲੇ ਗੁਣ ਹੈਗੇ ਆ, ਤਾਂ ਕੀ ਕਰਾਂਗੇ, ਗੁਰਬਾਣੀ ਪੜਾਂਗੇ, ਸਬਰ ਵੀ ਰੱਖਾਂਗੇ, ਵਿਸ਼ਵਾਸ ਵੀ ਰੱਖਾਂਗੇ, ਨਿਮਰਤਾ ਵੀ ਰਹੇਗੀ, ਤਾਂ ਫਿਰ ਅਸੀਂ ਕੀ ਆਪਣੀ ਮੰਜ਼ਿਲ ਦੇ ਨੇੜੇ ਪਹੁੰਚ ਜਾਵਾਂਗੇ। ਠੀਕ ਹੈ ਜੀ। ਸੋ ਅਸੀਂ ਅੱਗੇ ਕੰਪੇਅਰ ਕਰਦੇ ਹਾਂ ਜੀ, ਜਿਹੜੀ ਅਸੀਂ ਗੱਲ ਕਰ ਚੁੱਕੇ ਹਾਂ ਨਾ ਜੀ ਇੰਟਰਨਲ ਪਰਸਨੈਲਿਟੀ ਦੀ ਤੇ ਐਕਸਟਰਨਲ ਪਰਸਨੈਲਿਟੀ ਦੀ, ਉਹਦੇ ਵਿੱਚ ਅਸੀਂ ਉਹਦਾ ਕੰਪੇਅਰ ਕਰਦੇ ਉਹਨਾਂ ਨੂੰ, ਜਿਵੇਂ ਆਪਾਂ ਕਹਿੰਦੇ ਨੇ ਡਿਫਰੈਂਸ ਕੀ ਆ ਉਹਦੇ ਵਿੱਚ। ਪਰਸਨੈਲਿਟੀ ਦਾ, ਪਰਸਨੈਲਿਟੀ ਵਰਡ ਹੈ, ਇੰਟਰਨਲ ਤੇ ਐਕਸਟਰਨਲ ਪਰਸਨੈਲਿਟੀ ਦੇ ਵਿੱਚ ਕੀ ਫਰਕ ਆ, ਸੀ
ਉਹ ਸ਼ੇਅਰ ਕਰਾਂਗੇ ਜੀ। ਜਿਹੜੀ ਐਕਸਟਰਨਲ ਪਰਸਨੈਲਿਟੀ ਅਸੀਂ ਗੱਲ ਕਰ ਚੁੱਕੇ ਹਾਂ ਕਿ ਆਰਟੀਫਿਸ਼ਲ ਹੈ ਜੀ, ਇਹ ਕੁਛ ਕੁ ਪਲਾਂ ਦੇ ਲਈ ਹੀ ਰਹਿ ਜਾਂਦੀ ਹੈ। ਤੇ ਜਿਹੜੀ ਇੰਟਰਨਲ ਪਰਸਨੈਲਿਟੀ ਹੈ ਜੀ, ਇਹ ਇਨ ਆਰਟੀਫਿਸ਼ਲ ਹੈ, ਭਾਵ ਕਿ ਇਹ ਪੱਕੀ ਰਹਿੰਦੀ ਸਾਡੇ ਕੋਲ, ਪਰਮਾਨੈਂਟ ਪਰਸਨੈਲਿਟੀ ਹੈ, ਆਰਟੀਫਿਸ਼ਲ ਨਹੀਂ। ਓਰੀਜਨਲ ਕਹਿ ਦਈਏ ਵੀ ਪੱਕੀ ਅਸਲ ਰੂਪ ਦੇ ਵਿੱਚ ਸਾਡੀ ਪਰਸਨੈਲਿਟੀ ਹੈ ਜੀ ਇਹ। ਉਸ ਤੋਂ ਬਾਅਦ ਕੋਸਟਲੀ, ਜਿਹੜੀ ਐਕਸਟਰਨਲ ਪਰਸਨੈਲਿਟੀ ਹੈ ਉਹਦੇ ਲਈ ਸਾਨੂੰ ਕੁਛ ਕੀਮਤ ਅਦਾ ਕਰਨੀ ਪਵੇਗੀ। ਸਾਨੂੰ ਪਰਸਨੈਲਿਟੀ ਦਿਖਾਉਣ ਦੇ ਲਈ ਐਕਸਟਰਨਲੀ ਸਾਨੂੰ ਇੱਕ ਗੱਡੀ ਵੀ ਲੈਣੀ ਪਊਗੀ, ਬਹੁਤ ਹੀ ਮਹਿੰਗੀ ਗੱਡੀ ਲੈਣੀ ਪਊਗੀ, ਕੱਪੜੇ ਬਹੁਤ ਮਹਿੰਗੇ ਲੈਣੇ ਪੈਣਗੇ, ਹਨਾ। ਸਾਨੂੰ ਫਿਰ ਬਹੁਤ ਹੀ ਵੱਡਾ ਘਰ ਬਣਾਉਣਾ ਪਊਗਾ। ਜੇ ਅਸੀਂ ਵੱਡਾ ਘਰ ਬਣਾ ਲਿਆ, ਉਹਦੇ ਵਿੱਚ ਸਾਨੂੰ ਏਸੀ ਵੀ ਲਾਉਣੇ ਪੈਣਗੇ, ਸੋਫੇ ਲੈ ਕੇ ਆਉਣੇ ਪੈਣਗੇ, ਅਲਮਾਰੀਆਂ ਵੀ ਲਗਾਉਣੀਆਂ ਪੈਣਗੀਆਂ, ਪੱਥਰ ਵੀ ਲਗਾਉਣਾ ਪਊਗਾ, ਤੇ ਉਹਦੇ ਤੇ ਕੀ ਆ, ਪੈਸਾ ਲੱਗਣਾ ਸਾਡਾ, ਠੀਕ ਹੈ ਜੀ। ਪਰ ਜਿਹੜੀ ਇੰਟਰਨਲ ਪਰਸਨੈਲਿਟੀ ਹੈ ਉਹ ਅਸੀਂ ਮੁਫਤ ਵਿੱਚ ਵੀ ਲੈ ਸਕਦੇ ਹਾਂ। ਜਿੱਦਾਂ ਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਹਨਾ, ਜਾਂ ਅਸੀਂ ਕਿਸੇ ਸੰਗਤ ਦੇ ਵਿੱਚ ਬੈਠਦੇ ਹਾਂ, ਸੰਗਤ ਵਿੱਚ ਗੁਰੂ ਸਾਹਿਬ ਦੀ ਗੱਲ ਕੀਤੀ ਜਾਂਦੀ ਹੈ, ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ, ਗੁਣਾਂ ਦੀ ਗੱਲ ਕੀਤੀ ਜਾਂਦੀ ਹੈ। ਉਹ ਕੀ ਆ, ਜਦੋਂ ਅਸੀਂ ਗੁਣ ਲੈ ਲਏ ਤੇ ਫਿਰ ਕੀ ਹੋਇਆ, ਅਸੀਂ ਚੰਗੇ ਬਣ ਗਏ, ਸਾਡੀ ਪਰਸਨੈਲਿਟੀ ਦੇ ਵਿੱਚ ਕੀ ਆ, ਵਾਧਾ ਹੋ ਗਿਆ। ਤਾਂ ਇਹਦਾ ਮਤਲਬ ਕੀ ਹੋਇਆ ਵੀ ਇਹ ਪਰਸਨੈਲਿਟੀ ਦੇ ਵਿੱਚ ਸਾਡਾ ਕੋਈ ਖਰਚਾ ਨਹੀਂ ਹੋਇਆ, ਹਨਾ ਜੀ। ਉਸ ਤੋਂ ਬਾਅਦ ਐਕਸਟਰਨਲ ਪਰਸਨੈਲਿਟੀ ਦਾ ਜਿਹੜਾ ਤੀਜਾ ਪੁਆਇੰਟ ਜੀ, ਮੋਰਟਲ, ਕੀ ਹੈ, ਇਹ ਪਰਸਨੈਲਿਟੀ ਕੀ ਹੈ, ਖਤਮ ਹੋ ਜਾਂਦੀ ਹੈ, ਮਰ ਜਾਂਦੀ ਹੈ, ਪਰਸਨੈਲਿਟੀ ਖਤਮ ਹੋ ਜਾਂਦੀ ਹੈ ਬਿਲਕੁਲ। ਤੇ ਇੰਟਰਨਲ ਦੇ ਵਿੱਚ ਜਾਈਏ, ਇਮੋਰਟਲ ਦੇ ਮਤਲਬ ਅਮਰ, ਇਹ ਅਮਰ ਰਹਿੰਦੀ ਹੈ ਪਰਸਨੈਲਿਟੀ। ਅਮਰ ਰਹਿਣ ਦਾ ਮਤਲਬ ਕਿ ਜਦੋਂ ਅਸੀਂ ਦੁਨੀਆ ਤੋਂ ਚਲੇ ਵੀ ਜਾਂਦੇ ਹਾਂ, ਸਾਡੀ ਡੈਥ ਹੋ ਜਾਂਦੀ ਹੈ, ਜੇ ਸਾਡੇ ਵਿੱਚ ਇੰਟਰਨਲ ਪਰਸਨੈਲਿਟੀ ਸਾਡੀ ਹੈ, ਸਾਡੇ ਵਿੱਚ ਗੁਣ ਹੈਗੇ ਆ, ਅਸੀਂ ਗੁਰਬਾਣੀ ਪੜ੍ਹੇ ਆ, ਲੋਕਾਂ ਨਾਲ ਨਿਮਰਤਾ ਨਾਲ ਪੇਸ਼ ਹੁੰਦੇ ਸੀ, ਸਬਰ ਹੈਗਾ ਸੀ ਸਾਡੇ ਵਿੱਚ, ਤਾਂ ਸਾਡੇ ਦੁਨੀਆ ਤੇ ਜਾਣ ਤੋਂ ਬਾਅਦ ਲੋਕ ਇਹੀ ਗੱਲ ਕਹਿਣਗੇ, ਭਾਈ ਵੀ ਬੰਦੇ ਦੇ ਵਿੱਚ ਬੜੀ ਨਿਮਰਤਾ ਸੀ, ਬੜਾ ਸਬਰ ਸੀ। ਇਹ ਗੱਲ ਕੀਤੀ ਜਾਂਦੀ ਹੈ ਜੀ, ਨਾ ਕਿ ਸਾਡੇ ਜਾਣ ਤੋਂ ਬਾਅਦ ਇਹ ਗੱਲ ਕੀਤੀ ਜਾਂਦੀ ਹੈ ਕਿ ਇਹਦੇ ਕੋਲ ਚੰਗਾ ਪੈਸਾ ਸੀ, ਚੰਗੀ ਗੱਡੀ ਸੀ, ਹਨਾ। ਇਹ ਗੱਲਾਂ ਨਹੀਂ ਕੀਤੀਆਂ ਜਾਂਦੀਆਂ। ਧਿਆਨ ਰੱਖੀਏ ਕਿ ਸਾਡੀ ਇੰਟਰਨਲ ਪਰਸਨੈਲਿਟੀ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਜੀ। ਜਿਹੜੀ ਐਕਸਟਰਨਲ ਪਰਸਨੈਲਿਟੀ ਦਾ ਚੌਥਾ ਪੁਆਇੰਟ ਗੱਲ ਕਰਦੇ ਹਾਂ ਜੀ, ਸੈਲਫ। ਇਸ ਦਾ ਮਤਲਬ ਇਹ ਹੈ ਜੀ ਕਿ ਜਿਹੜੀ ਐਕਸਟਰਨਲ ਪਰਸਨੈਲਿਟੀ ਹੈ ਸਾਡੀ ਰਹਿ ਜਾਂਦੀ ਹੈ, ਆਪਣੇ ਆਪ ਦੀ, ਬਸ। ਕੱਪੜੇ ਵੀ ਅਸੀਂ ਪਾਵਾਂਗੇ ਆਪਣੀ ਪਰਸਨੈਲਿਟੀ ਦੇ ਲਈ, ਗੱਡੀ ਵੀ ਆਪ ਪਾਵਾਂਗੇ, ਹਨਾ। ਫਿਰ ਅਸੀਂ ਮੋਬਾਈਲ ਵੀ ਜਿਹੜਾ ਉਹ ਸਾਡਾ ਪਰਸਨਲ ਹੋਊਗਾ। ਪਰ ਜਿਹੜੀ ਇੰਟਰਨਲ ਪਰਸਨੈਲਿਟੀ ਦੀ ਗੱਲ ਕਰ ਰਹੇ ਹਾਂ ਜੀ, ਉਹ ਆਪਾਂ ਸੈਲਫ ਪਲੱਸ ਅਦਰ, ਕਿ ਸਾਡੀ ਪਰਸਨੈਲਿਟੀ ਤਾਂ ਅਲੱਗ ਬਣੇਗੀ, ਬਟ ਹੋਰਾਂ ਦੀ ਵੀ ਪਰਸਨੈਲਿਟੀ ਬਣੇਗੀ। ਇੱਥੇ ਮੈਂ ਇੱਕ ਐਗਜ਼ਾਮਪਲ ਦੇਣੀ ਚਾਹੂੰਗਾ। ਜਿੱਦਾਂ ਮੇਰੇ ਵਿੱਚ ਗੁਣ ਹੈ ਕਿ ਮੈਂ ਤਬਲਾ ਬਹੁਤ ਵਧੀਆ ਵਜਾ ਲੈਂਦਾ, ਮੈਨੂੰ ਹਾਰਮੋਨੀਅਮ ਬਹੁਤ ਹੀ ਵਧੀਆ ਆ ਰਿਹਾ ਪਲੇ ਕਰਨਾ। ਮੈਂ ਕੀ ਕਰੂੰਗਾ, ਆਪਣਾ ਗੁਣ ਹੋਰ ਦੇ ਨਾਲ ਕਿਸੇ ਨਾਲ ਸ਼ੇਅਰ ਕਰੂੰਗਾ ਜੀ। ਸਾਂਝ ਕਰੀਜੇ ਗੁਣੇ ਕੇਰੀ, ਛੋੜ ਅਵਗੁਣ ਚੱਲੀਏ। ਮੈਂ ਆਪਣਾ ਗੁਣ ਜਦੋਂ ਕਿਸੇ ਦੇ ਨਾਲ ਸ਼ੇਅਰ ਕਰੂੰਗਾ, ਉਹ ਵਿਅਕਤੀ, ਉਹ ਬੱਚਾ, ਹਨਾ, ਉਹ ਹਾਰਮੋਨੀਅਮ ਪਲੇ ਕਰਨ ਲੱਗ ਜਾਏਗਾ, ਹਨਾ। ਫਿਰ ਕੀ ਹੋਏਗਾ, ਉਹਦੇ ਵਿੱਚ ਵੀ ਕੁਆਲਿਟੀ ਆ ਜਾਊਗੀ, ਗੁਣ ਹੋ ਜਾਊਗਾ। ਕੀ ਹੋ ਜਾਊਗਾ, ਮੇਰਾ ਆਪਣੇ ਵਿੱਚ ਵੀ ਕੁਆਲਿਟੀ, ਤੇ ਮੈਂ ਕਿਸੇ ਹੋਰ ਨੂੰ ਵੀ ਵਿੱਚ ਐਡ ਕਰ ਲਿਆ, ਹੋਰ ਵੀ ਕਿਸੇ ਨੂੰ ਪਰਸਨੈਲਿਟੀ ਬਣਾਤਾ, ਇੰਟਰਨਲ ਪਰਸਨੈਲਿਟੀ ਉਹਦੀ ਮਜ਼ਬੂਤ ਕਰ ਦਿੱਤੀ, ਠੀਕ ਹੈ ਜੀ। ਇਹ ਪੁਆਇੰਟ ਜਿਹੜਾ ਨੋਟ ਕਰਨ ਵਾਲਾ ਸੀ, ਜੋ ਮੈਨੂੰ ਇੰਪੋਰਟੈਂਟ ਲੱਗਿਆ। ਸੋ ਉਸ ਤੋਂ ਬਾਅਦ ਆਪਾਂ ਅੱਗੇ ਸ਼ੇਅਰ ਕਰਾਂਗੇ ਜੀ। ਅੱਗੇ ਜਿਹੜੀ ਤੁਹਾਨੂੰ ਮੈਂ ਇੱਕ ਫੋਟੋ ਦਿਖਾਉਣ ਲੱਗਿਆ ਜੀ, ਉਹ ਬੜੀ ਕਨਫਿਊਜ਼ਨ ਕਰਨ ਵਾਲੀ ਹੈ ਜੀ, ਕਨਫਿਊਜ਼ ਕਰੇਗੀ ਤੁਹਾਨੂੰ, ਤੇ ਪਰ ਉਹਦਾ ਕੋਈ ਕੰਬੀਨੇਸ਼ਨ ਨਹੀਂ ਹੈਗਾ, ਹਨਾ। ਜਿਵੇਂ ਆਪਾਂ ਕਹਿ ਦਿੰਦੇ ਹਾਂ ਨਾ ਵੀ ਚਾਹ ਪੀਣ ਲੱਗੇ ਹਾਂ, ਅਸੀਂ ਆਪਾਂ ਏਦਾਂ ਤਾਂ ਕਹਿ ਦਿੰਦੇ ਵੀ ਚਾਹ ਨਾਲ ਬਿਸਕੁਟ ਖਾ ਲਈਏ, ਭੁਜੀਆ ਖਾ ਲਈਏ, ਹਨਾ। ਪਰ ਜਿਹੜੀ ਆਪਾਂ ਮਜ਼ਾਕ 'ਚ ਗੱਲ ਲੈ ਜਾਂਦੇ ਵੀ ਭਾਈ ਚਾਹ ਦੇ ਨਾਲ ਕੁਲਫੀ ਖਾ ਲਓ, ਹਨਾ, ਤੇ ਉਹਦਾ ਕੋਈ ਕੰਬੀਨੇਸ਼ਨ ਨਹੀਂ ਹੁੰਦਾ। ਉਸ ਤਰ੍ਹਾਂ ਹੀ ਜਿਹੜੀ ਤੁਹਾਨੂੰ ਮੈਂ ਹੁਣ ਤੁਹਾਡੇ ਸਾਹਮਣੇ ਤਸਵੀਰ ਪੇਸ਼ ਕਰਨ ਲੱਗਿਆ ਜੀ, ਉਹਦਾ ਕੋਈ ਕੰਬੀਨੇਸ਼ਨ ਨਹੀਂ ਹੈ, ਪਰ ਉਹਨੂੰ ਧਿਆਨ ਦੇ ਨਾਲ ਦੇਖਾਂਗੇ, ਇਹਦਾ ਬਹੁਤ ਹੀ ਵੱਡਾ ਕੰਬੀਨੇਸ਼ਨ ਹੈ ਜੀ ਉਹਦਾ। ਲੋ ਜੀ, ਇਹ ਤਸਵੀਰ ਹੈ ਜੀ ਸਾਡੀ। ਇਸ ਦੇ ਵਿੱਚ ਟਾਈਮ ਥੋੜਾ ਹੋਣ ਕਰਕੇ ਚਲੋ ਆਪਾਂ, ਮੈਂ ਇਹ ਗੱਲ ਕਰਦਾ ਕਿ ਜਿਹੜੀ ਸਾਡੇ ਕੋਲ ਪਹਿਲੀ ਤਸਵੀਰ ਆਈ ਸੀ ਜੀ ਤੁਹਾਡੇ ਕੋਲ ਜੀ, ਇਹ ਤੁਸੀਂ ਦੇਖ ਰਹੇ ਹੋਵੋਗੇ ਕਿ ਇੱਕ ਗੁਰਸਿੱਖ ਵੀਰ ਹੈ ਜਿਹੜਾ, ਉਹਦੇ ਆਨੰਦ ਕਾਰਜ ਹੋ ਰਹੇ ਹੈ, ਠੀਕ ਹੈ ਜੀ। ਤੇ ਹੁਣ ਕੀ ਹੈ, ਇੱਥੇ ਸਵਾਲ ਇਹ ਖੜਾ ਹੁੰਦਾ ਕਿ ਦੂਜੇ ਪਾਸੇ ਇੱਕ ਸਰਦਾਰ ਸਾਹਿਬ ਖੜੇ ਹੈ ਜੀ, ਲੰਡਨ ਦੇ ਬਹੁਤ ਹੀ ਰਿਚ ਪਰਸਨ ਹੈ, ਜਿਨ੍ਹਾਂ ਕੋਲੇ ਕਾਫੀ ਮਹਿੰਗੀਆਂ ਜਿਹੜੀਆਂ ਗੱਡੀਆਂ, ਕਰੋੜਾਂ ਦੇ ਵਿੱਚ ਹੈ, ਉਹ ਗੱਡੀਆਂ ਇਹਨਾਂ ਕੋਲ ਮੌਜੂਦ ਆ, ਹੁਣ ਵੀ ਹੈ, ਠੀਕ ਹੈ ਜੀ। ਪਰ ਸਵਾਲ ਇੱਥੇ ਕੀ ਖੜਾ ਹੁੰਦਾ ਹੈ ਕਿ ਜਿਹੜੇ ਆਪਾਂ ਪਹਿਲਾਂ ਆਨੰਦ ਕਾਰਜ ਹੋ ਰਹੇ ਆ ਉਹ ਦੇਖ ਰਹੇ ਹਾਂ, ਸਨੈਪ ਤਸਵੀਰ ਦੇਖ ਰਹੇ ਹਾਂ, ਉਹਦੇ ਵਿੱਚ ਸਾਨੂੰ ਲੱਗ ਰਿਹਾ ਕਿ ਉਹਨਾਂ ਦੇ ਵਿੱਚ ਇੰਟਰਨਲ ਪਰਸਨੈਲਿਟੀ ਉਹਨਾਂ ਦੀ ਹੈ, ਕਿਉਂਕਿ ਇੰਟਰਨਲ ਪਰਸਨੈਲਿਟੀ ਜੇ ਹੈ
ਤਾਂ ਉਹ ਆਨੰਦ ਕਾਰਜ ਕਰ ਰਹੇ ਆ ਬਿਲਕੁਲ ਸਧਾਰਨ ਤਰੀਕੇ ਦੇ ਨਾਲ, ਹਨਾ। ਦੂਸਰੇ ਪਾਸੇ ਅਸੀਂ ਐਕਸਟਰਨਲ ਦੀ ਗੱਲ ਕਰਦੇ ਹਾਂ ਕਿ ਉਹਨਾਂ ਦੇ ਕੋਲ ਕਾਰਾਂ ਹੈਗੀਆਂ, ਉਹਨਾਂ ਦੇ ਕੱਪੜੇ ਬ੍ਰਾਂਡਡ ਪਾਏ ਹੋਏ ਹੈ, ਬ੍ਰਾਂਡਡ ਕਾਰ ਹੈ ਉਹਨਾਂ ਕੋਲੇ, ਹਨਾ। ਪਰ ਅਸੀਂ ਇਸ ਗੱਲ ਦਾ ਅੰਦਾਜ਼ਾ ਤਾਂ ਲਾ ਸਕਦੇ ਹਾਂ ਕਿ ਉਹਨਾਂ ਕੋਲੇ ਪੈਸਾ ਬਹੁਤ ਹੈ, ਪਰ ਅਸੀਂ ਉਹਨਾਂ ਦੇ ਇੰਟਰਨਲ ਪਰਸਨੈਲਿਟੀ ਨੂੰ ਨਹੀਂ ਦੇਖ ਸਕਦੇ ਕਿ ਉਹ ਗੁਰਬਾਣੀ ਪੜ੍ਹਦੇ ਆ, ਕਿ ਉਹਨਾਂ ਦੇ ਵਿੱਚ ਨਿਮਰਤਾ ਹੈਗੀ ਹੈ, ਕਿ ਉਹਨਾਂ ਦੇ ਵਿੱਚ ਸਬਰ ਹੈ। ਇਹ ਅਸੀਂ ਨਹੀਂ ਜੱਜ ਕਰ ਸਕਦੇ। ਸੋ ਅਸੀਂ ਕੀ ਕਰੀਏ, ਇੰਟਰਨਲ ਪਰਸਨੈਲਿਟੀ ਤੇ ਸਾਡੀ ਜੱਜ ਹੋ ਜਾਂਦੀ ਹੈ, ਕਿਉਂਕਿ ਇੰਟਰਨਲ ਪਰਸਨੈਲਿਟੀ ਦੇ ਵਿੱਚ ਸਾਡਾ ਰਹਿਣਾ ਸਹਿਣਾ, ਅਸੀਂ ਕਿੱਦਾਂ ਕਿਸੇ ਨਾਲ ਬੋਲ ਚਾਲ ਕਰਦੇ ਹਾਂ, ਕਿਵੇਂ ਬੋਲਦੇ ਹਾਂ, ਸਾਡੇ ਬੋਲਣ ਦਾ ਢੰਗ ਕੀ ਹੈ, ਸਾਡੇ ਉੱਠਣ ਦਾ ਕੀ ਢੰਗ ਹੈ, ਸਾਡੇ ਬੈਠਣ ਦਾ ਕੀ ਢੰਗ ਹੈ, ਅਸੀਂ ਕੀ ਕਰ ਰਹੇ ਹਾਂ, ਕੀ ਪੇਸ਼ ਕਰ ਰਹੇ ਹਾਂ। ਜਿਵੇਂ ਇੱਥੇ ਗੁਰਬਾਣੀ ਦੀ ਵੀ ਪੰਕਤੀ ਹੈ ਜੀ, ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਕੀ ਅਸੀਂ ਗੱਲਾਂ ਤਾਂ ਬਹੁਤ ਹੀ ਚੰਗੀਆਂ ਕਰ ਲੈਂਦੇ ਹਾਂ, ਅਸੀਂ ਆਪਣੇ ਵਿਚਾਰ ਤਾਂ ਬਹੁਤ ਹੀ ਚੰਗੇ ਪੇਸ਼ ਕਰਦੇ ਹਾਂ, ਗੱਲਾਂ ਬਹੁਤ ਹੀ ਵਧੀਆ ਕਰਦੇ ਹਾਂ, ਪਰ ਸਾਡਾ ਜਿਹੜਾ ਕਰੈਕਟਰ ਹੈ ਨਾ ਜੀ ਉਹ ਠੀਕ ਨਹੀਂ। ਜਿਵੇਂ ਇੱਕ ਨਿੱਕੀ ਜਿਹੀ ਐਗਜ਼ਾਮਪਲ ਦੇਣੀ ਚਾਹੂੰਗਾ ਜੀ, ਜਿਹੜਾ ਸਿੰਬਲ ਦਾ ਦਰਖਤ ਹੈ ਜੀ, ਰੁੱਖ ਹੈ, ਉਹਦੇ ਉੱਪਰ ਬੜੇ ਸੋਹਣੇ ਫਲ ਲੱਗੇ ਹੁੰਦੇ ਆ ਉਸ ਦਰਖਤ ਨੂੰ, ਤੇ ਉੜਦੇ ਤੋਤੇ ਉਹਦੇ ਉੱਪਰ ਆ ਕੇ ਬੈਠਦੇ ਆ ਤੇ ਉਹਦਾ ਫਲ ਜਦੋਂ ਖਾਂਦੇ ਆ ਨਾ ਜੀ, ਤਾਂ ਉਹਦਾ ਫਲ ਉਹ ਜਦੋਂ ਦੰਦੀ ਵੱਢਦੇ ਤੇ ਨਾਲ ਦੀ ਨਾਲ ਹੀ ਫੇਰ ਉਹਦੇ ਫਲ ਨੂੰ ਥੱਲੇ ਸੁੱਟ ਦਿੰਦੇ ਆ, ਉਹਨੂੰ ਖਾਂਦੇ ਨਹੀਂ। ਉਹਦਾ ਕਾਰਨ ਕੀ ਹੁੰਦਾ ਜੀ, ਕਿ ਉਹ ਦਰਖਤ ਤਾਂ ਬਹੁਤ ਹੀ ਵਧੀਆ, ਉਹਦੇ ਫਲ ਬਹੁਤ ਸੋਹਣੇ ਆ, ਪਰ ਉਹਨਾਂ ਦਾ ਜਿਹੜਾ ਸਵਾਦ ਹੈ ਨਾ ਜੀ ਉਹ ਬਕਬਕਾ ਸਵਾਦ ਹੈ, ਬਕਬਕਾ। ਉਵੇਂ ਕੀ ਆ ਕਿ ਅਸੀਂ ਗੱਲਾਂ ਤਾਂ ਬਹੁਤ ਸੋਹਣੀਆਂ ਕਰਦੇ ਹਾਂ, ਅਸੀਂ ਚੰਗੇ ਕੱਪੜੇ ਵੀ ਪਾ ਲੈਂਦੇ ਹਾਂ, ਮੋਬਾਈਲ ਵੀ ਬਹੁਤ ਹੀ ਵਧੀਆ ਲੈ ਲੈਂਦੇ ਹਾਂ, ਬੜੀ ਵੱਡੀ ਗੱਡੀ ਦੇ ਵਿੱਚ ਵੀ ਘੁੰਮ ਲੈਂਦੇ ਹਾਂ, ਪਰ ਜਿਹੜਾ ਸਾਡਾ ਕਰੈਕਟਰ ਹੈ ਨਾ ਜੀ ਉਹ ਅਸੀਂ ਕਿਸੇ ਨੂੰ ਸ਼ੋਅ ਨਹੀਂ ਕਰ ਪਾਉਂਦੇ, ਸਾਡਾ ਕਰੈਕਟਰ ਕਿਸੇ ਨੂੰ ਸ਼ੋਅ ਨਹੀਂ ਹੁੰਦਾ। ਤਾਂ ਅਸੀਂ ਗੱਲ ਦਾ ਧਿਆਨ ਰੱਖੀਏ ਕਿ ਅਸੀਂ ਇੰਟਰਨਲ ਪਰਸਨੈਲਿਟੀ ਬਣਾਉਣੀ ਹੈ ਜੀ, ਐਕਸਟਰਨਲ ਪਰਸਨੈਲਿਟੀ ਨਹੀਂ ਬਣਾਉਣੀ। ਕਿਉਂਕਿ ਇੱਕ ਬੜਾ ਹੀ ਵਧੀਆ ਵਿਚਾਰ ਹੈ ਜੀ, ਅਸੀਂ ਕਦੇ ਕਦੇ ਕਹਿੰਦੇ ਆ ਵੀ ਭਾਈ ਕੀ ਪਤਾ ਜ਼ਿੰਦਗੀ ਦਾ, ਹੋ ਸਕਦਾ ਅਸੀਂ 2 ਸਾਲਾਂ ਨੂੰ ਮਰ ਜਾਈਏ, 6 ਮਹੀਨਿਆਂ ਨੂੰ ਮਰ ਜਾਈਏ, ਹਨਾ। ਪਰ ਅਸੀਂ ਕੀ ਕਰਨਾ ਹੈ, ਅਸੀਂ ਇੱਕ ਵਿਚਾਰ ਨੂੰ ਆਪਣੇ ਮਾਈਂਡ ਦੇ ਵਿੱਚ ਰੱਖਣਾ ਹੈ ਕਿ ਜੇ ਤੁਸੀਂ ਚਾਹੁੰਦੇ ਆ ਕਿ ਮੈਂ ਮਰਨ ਤੋਂ ਬਾਅਦ ਵੀ ਦੁਨੀਆ ਦੇ ਵਿੱਚ ਜਿਉਂਦਾ ਰਵਾਂ, ਤਾਂ ਤੁਸੀਂ ਕੀ ਕਰਨਾ, ਜਾਂ ਤਾਂ ਪੜ੍ਹਨ ਦੇ ਲਈ ਕੁਝ ਲਿਖ ਕੇ ਜਾਣਾ, ਜਾਂ ਲਿਖਣ ਦੇ ਲਈ ਕੁਝ ਕਰਕੇ ਜਾਣਾ ਹੈ। ਭਾਵ ਕਿ ਜਾਂ ਤਾਂ ਤੁਹਾਡੀ ਕੋਈ ਰਚਨਾ ਨੂੰ, ਤੁਹਾਡੇ ਲਾਈਫ ਨੂੰ ਕੋਈ ਪੜ੍ਹਨ ਦੇ ਵਾਸਤੇ ਤੁਸੀਂ ਕੋਈ ਬੁੱਕ ਲਿਖ ਕੇ ਜਾਓ, ਜਾਂ ਫਿਰ ਇਦਾਂ ਦਾ ਕੋਈ ਕੰਮ ਕਰਕੇ ਜਾਓ ਕਿ ਲੋਕ ਤੁਹਾਡੇ ਤੇ ਲਿਖਣ। ਜਿਵੇਂ ਭਗਤ ਪੂਰਨ ਸਿੰਘ ਜੀ ਤੇ ਅੱਜ ਕਵਿਤਾਵਾਂ ਲਿਖੀਆਂ ਜਾ ਰਹੀਆਂ, ਉਹਨਾਂ ਦੇ ਇਤਿਹਾਸ ਨੂੰ ਦੁਹਰਾਇਆ ਜਾ ਰਿਹਾ ਕਿ ਉਹਨਾਂ ਨੇ ਕਿੰਨੇ ਚੰਗੇ ਕੰਮ ਕੀਤੇ, ਹਨਾ। ਤਾਂ ਅਸੀਂ ਵੀ ਇਹੀ ਕਰਨਾ ਹੈ ਕਿ ਜਾਂ ਤਾਂ ਅਸੀਂ ਪੜ੍ਹਨ ਦੇ ਲਈ ਕੁਝ ਲਿਖ ਕੇ ਜਾਣਾ, ਜਾਂ ਅਸੀਂ ਕੁਝ ਲਿਖਣ ਦੇ ਲਈ ਕੋਈ ਚੰਗਾ ਕੰਮ ਕਰਕੇ ਜਾਣਾ ਕਿ ਸਾਡੇ ਤੇ ਲਿਖਿਆ ਜਾਵੇ, ਸਾਨੂੰ ਪੜ੍ਹਿਆ ਜਾਵੇ। ਇੱਦਾਂ ਅਸੀਂ ਕੁਝ ਚੰਗੇ ਕੰਮ ਕਰਕੇ ਜਾਣੇ ਆ, ਤਾਂ ਸਾਡੀ ਜਿਹੜੀ ਇੰਟਰਨਲ ਪਰਸਨੈਲਿਟੀ ਹੈ ਫੇਰ ਹੀ ਪਤਾ ਲੱਗਣੀ ਹੈ। ਤੇ ਜੋ ਸਾਡੇ ਦਿਲ ਦੇ ਵਿੱਚ ਹੈ, ਸਾਡੇ ਮਨ ਦੇ ਵਿੱਚ ਹੈ, ਜੋ ਅਸੀਂ ਅਸਲ ਰੂਪ ਵਿੱਚ ਆ ਨਾ ਜੀ, ਉਹੀ ਅਸੀਂ ਬਾਹਰ ਪੇਸ਼ ਕਰੀਏ ਜੀ। ਕਿਤੇ ਉਹ ਸਿੰਬਲ ਦੇ ਜਿਹੜੇ ਦਰਖਤ ਨੂੰ ਫਲ ਲੱਗਿਆ ਨਾ, ਉਹਨਾਂ ਵਾਂਗ ਨਾ ਕਰੀਏ ਕਿ ਬਾਹਰੋਂ ਤਾਂ ਸੋਹਣੇ ਆ ਤੇ ਪਰ ਅੰਦਰੋਂ ਜਿਹੜਾ ਸਾਡਾ ਜਿਹੜਾ ਉਹਨਾਂ ਦਾ ਫਲਾਂ ਦਾ ਸਵਾਦ ਸੀ ਉਹ ਬਕਬਕਾ ਸੀ। ਸੋ